Bully, me hearties! I be Captain J. Sparrow, Congress pirate of the Caribbean. I've got my shipmates, Captain Layla of the Bolly Roger and Polly Pirate. Are you ready to join the crew, me lily livered land lovers? So aajo mere naal and bring your roti and dal. Pirates, the thunder of pirates, dancing and always sweating. Shiver me timber. Pirates, the thunder of pirates, dancing and always sweating. I'm Jay Sparrow. Living on a ship can get real dirty. No clean water and not even a bar of soap. I'm Smelly, and I got a big belly. I stay on my ship when I don't watch telly. Pirate on my shoulder, got a bad odor. Rum in my tum, and I never do yoga. I'm in the sea, across the Caribbean, taking over land, and I never ever mean. Got my sword and my shield to protect my face. We have to live on for the pirate race. Pirates, the thunder of pirates, dancing and always sweating. Shiver me timber. Pirates, the thunder of pirates, dancing and always sweating. Now I'm a buccaneer pirates. Time to play a swashbuckling game. Climb on board, me hearties, and set sail. Bully, 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 bully. Shava, 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 shava. Bully, 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 bully. Shava, 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 shava. Now, me hearties, let's scrub the decks. Are you ready? Scrub, scrub, scrub. Haripa, scrub, scrub, scrub. Haripa, scrub, scrub, scrub. Haripa, scrub, scrub, scrub. Haripa. ਜੈ ਗੁਰਦੇਵ, ਜੈ ਭੀਮ। ਅੱਜ ਦੇ ਸਪੈਸ਼ਲ ਗੈਸਟ ਦੇ ਐਪੀਸੋਡ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਮੈਂ ਆਪ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਮੇਰੇ ਸਪੈਸ਼ਲ ਗੈਸਟ ਐਪੀਸੋਡਸ ਨੂੰ ਬਹੁਤ ਪਿਆਰ ਨਾਲ ਦੇਖਦੇ ਹੋ ਔਰ ਫੀਡਬੈਕ ਵੀ ਦਿੰਦੇ ਹੋ। ਇਸ ਕਰਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗੱਲ ਆਪਾਂ ਕਰਨੀ ਹੈ ਗੀਤ ਦੀ, ਸੰਗੀਤ ਦੀ, ਭੰਗੜੇ ਦੀ। ਲਿਖਣਾ ਇੱਕ ਖੂਬੀ ਹੈ। ਆਪਣੇ ਲਿਖੇ ਨੂੰ ਆਪ ਗਾ ਸਕਣਾ ਹੋਰ ਵੀ ਖੂਬੀ ਦੀ ਗੱਲ ਆ। ਆਪਣੇ ਲਿਖੇ ਨੂੰ ਗਾਉਣਾ ਔਰ ਉਹਦਾ ਸੰਗੀਤ ਤਿਆਰ ਕਰਨਾ, ਇਹ ਤਿੰਨ ਖੂਬੀਆਂ। ਇੱਕ ਵਕਤ ਸੀ ਜਿਹੜਾ ਲਿਖਣ ਵਾਲਾ ਸੀਗਾ ਉਹਨੂੰ ਗੀਤਕਾਰ ਕਿਹਾ ਜਾਂਦਾ ਸੀ, ਉਹਦਾ ਸੰਗੀਤ ਨਾਲ ਕੋਈ ਸੰਬੰਧ ਨਹੀਂ ਸੀ ਹੁੰਦਾ। ਜਿਹੜਾ ਗਾਉਣ ਵਾਲਾ ਸੀ ਉਹਨੇ ਸਿਰਫ ਗਾਉਣਾ, ਉਹਨੂੰ ਲਿਖਣ ਨਾਲ ਕੋਈ ਵਾਸਤਾ ਨਹੀਂ ਸੀ, ਲਿਖਿਆ ਲਿਖਾ ਲੈ ਲੈਣਾ। ਜਿਹੜਾ ਬੰਦਾ ਸੰਗੀਤਕਾਰ ਸੀ ਉਹਨੇ ਗਾਣੇ ਦੀ ਧੁਨ ਬਣਾਉਣੀ ਔਰ ਉੱਤੇ ਉਹਨੇ ਇੰਸਟਰੂਮੈਂਟ ਫਿੱਟ ਕਰਨੇ, ਕਿਹੜਾ ਵਜਾਉਣਾ, ਆਪਣੇ ਮਿਊਜ਼ਿਕ ਮੈਂਡਲਿਨ ਵਜਾਉਣੀ ਆ, ਹਾਰਮੋਨੀਅਮ ਵਜਾਉਣਾ, ਕੀਬੋਰਡ ਵਜਾਉਣਾ ਜਾਂ ਪਿਆਨੋ ਵਜਾਉਣੀ, ਜਿਹੜਾ ਵੀ ਇੰਸਟਰੂਮੈਂਟ ਉਹਨੇ ਵਰਤਣਾ ਸੰਗੀਤ ਦੇ ਮੁਤਾਬਕ ਉਹ ਵਰਤੇ ਸੀਗੇ। ਉਹਦੇ ਨਾਲ ਗਾਉਣ ਵਾਲੇ ਦਾ ਕੋਈ ਸੰਬੰਧ ਨਹੀਂ ਸੀ ਹੁੰਦਾ, ਨਾ ਲਿਖਣ ਵਾਲੇ ਦਾ ਹੁੰਦਾ ਸੀ, ਕਿਉਂਕਿ ਜਿਹੜਾ ਮਿਊਜ਼ਿਕ ਤਿਆਰ ਕਰਦਾ ਉਹਦੀ ਆਪਣੀ ਇੱਕ ਕਾਢ ਹੁੰਦੀ ਸੀ, ਉਹਦੀ ਆਪਣੀ ਕੋਈ ਸੋਚ ਹੁੰਦੀ ਸੀ ਸੰਗੀਤ ਨੂੰ ਸਮਝਣ ਦੀ, ਉਸ ਮੁਤਾਬਕ ਉਹ ਕਰਦੇ ਸੀਗੇ। ਲੇਕਿਨ ਵਕਤ ਬਦਲਿਆ ਹੈ। ਹੁਣ ਹਰ ਇੱਕ ਜਿਹੜਾ ਕਲਾਕਾਰ ਆ, ਥੋੜ੍ਹਾ ਜਾਂ ਬਹੁਤ, ਇਹ ਕਹਿਣਾ ਬੜਾ ਮੁਸ਼ਕਿਲ ਹੈ ਕਿੰਨਾ ਕਿ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਕਿ ਮੈਂ ਆਪ ਹੀ ਦੋ ਕੁ ਲਾਈਨਾਂ ਲਿਖਾਂ, ਫਿਰ ਲਿਖ ਕੇ ਉਹਨੂੰ ਚੰਗੀਆਂ ਲੱਗਦੀਆਂ, ਉਹ ਫਿਰ ਕਿਸੇ ਯਾਰ ਦੋਸਤ ਤੋਂ ਪੁੱਛ ਲੈਂਦਾ ਵੀ ਕੀ ਮੈਂ ਵਧੀਆ ਲਿਖਿਆ। ਤਾਂ ਬਹੁਤ ਇੱਦਾਂ ਦੇ ਵੀ ਹੈਗੇ ਆ ਐਸਟੈਬਲਿਸ਼ ਸਿੰਗਰ ਜਿਹੜੇ ਕਿ ਬਹੁਤ ਵਧੀਆ ਰਾਈਟਰ ਬਣ ਗਏ ਕਿਉਂਕਿ ਉਹਨਾਂ 'ਚ ਲਿਖਣ ਦਾ ਵੀ ਹੁਨਰ ਸੀਗਾ। ਮੈਂ ਆਪਣੀ ਇਸ ਗੱਲ ਨੂੰ ਬਹੁਤ ਅੱਗੇ ਨਾਲ ਜਾਵਾਂ। ਜਿਹੜਾ ਫਨਕਾਰ ਅੱਜ ਸਾਡੇ ਕੋਲ ਆਇਆ ਹੈ, ਜਿਹਨੂੰ ਮੈਂ ਬਹੁਤ ਪਿਆਰ ਨਾਲ ਬੁਲਾਇਆ ਹੈ, ਉਹਦੇ ਵਿੱਚ ਜਿੰਨੀਆਂ ਵੀ ਪੰਜਾਬੀਅਤ ਦੇ ਨਾਲ ਸੰਬੰਧਿਤ ਖੂਬੀਆਂ ਹਨ ਉਹ ਸਾਰੀਆਂ ਉਹਨਾਂ ਵਿੱਚ ਹੈਗੀਆਂ। ਭੰਗੜਾ ਉਹਨਾਂ ਨੇ ਸਿੱਖਿਆ, ਪਾਇਆ ਔਰ ਅੱਜ ਕੱਲ੍ਹ ਸਿਖਾਉਂਦੇ ਵੀ ਨੇ। ਭੰਗੜਾ ਗੱਲ ਫਿਰ ਉੱਥੇ ਆ ਜਾਂਦੀ ਕਿ
ਭੰਗੜਾ ਦੇਖ ਕੇ ਖੁਸ਼ ਹੋਣਾ ਇੱਕ ਵਧੀਆ ਤਾੜੀਆਂ ਲਾਉਣ ਵਾਲੀ ਗੱਲ ਆ ਕਿ ਕਿੰਨਾ ਵਧੀਆ ਲੋਕ ਡਾਂਸ ਕਰ ਰਹੇ ਆ। ਲੇਕਿਨ ਜਦੋਂ ਤੁਸੀਂ ਆਪ ਪਾਉਣਾ ਫਿਰ ਪਤਾ ਲੱਗਦਾ ਕਿ ਉਹਦੇ ਵਿੱਚ ਕਿੰਨੀ ਕੁ ਜਾਨ ਦੀ ਲੋੜ ਹੈ। ਖਾਸ ਤੌਰ 'ਤੇ ਜਦੋਂ ਤੁਸੀਂ ਸਿੱਖ ਕੇ ਕੋਈ ਚੀਜ਼ ਕਰਦੇ ਆ, ਚਾਹੇ ਉਹ ਭੰਗੜਾ ਹੋਵੇ, ਚਾਹੇ ਗਾਇਕੀ ਹੋਵੇ, ਚਾਹੇ ਲਿਖਣ ਦਾ ਮਾਦਾ ਹੋਵੇ, ਜਦੋਂ ਤੁਸੀਂ ਸਿੱਖ ਕੇ ਪਹਿਲਾਂ ਸਿੱਖਦੇ ਉਸਤਾਦਾਂ ਦੇ ਕੋਲੋਂ, ਉਸ ਤੋਂ ਬਾਅਦ ਤੁਸੀਂ ਅੱਗੇ ਕਰਦੇ ਆ ਤਾਂ ਉਹਦਾ ਕਰਨ ਦਾ ਜਿਹੜਾ ਇੱਕ ਤਰੀਕਾ ਜਾਂ ਉਹਦਾ ਇੱਕ ਨਜ਼ਾਰਾ ਆ ਜਾਂ ਉਹਦਾ ਮਜ਼ਾ ਆ ਉਹ ਡਿਫਰੈਂਟ ਆ। ਅਤੇ ਅੱਜ ਦੇ ਇਸ ਫਨਕਾਰ ਨੇ ਭੰਗੜਾ ਸਿੱਖਿਆ, ਭੰਗੜਾ ਦੇਖਿਆ, ਭੰਗੜਾ ਸਿੱਖਿਆ, ਭੰਗੜਾ ਪਾਇਆ ਅਤੇ ਭੰਗੜਾ ਸਿਖਾ ਰਿਹਾ। ਇਹੀ ਗੱਲ ਆਪਾਂ ਇਹਨਾਂ ਦੇ ਗੀਤਾਂ ਵੱਲ ਵੀ ਕਰਦੇ ਹਾਂ। ਇਹਨਾਂ ਨੇ ਜਿਹੜੀ ਮੈਨੂੰ ਸਟੋਰੀ ਦੱਸੀ ਕਿ ਇਹਨਾਂ ਨੇ ਮਹਿਸੂਸ ਕੀਤਾ ਕਿ ਲੋਕ ਭੰਗੜਾ ਪਾਉਂਦੇ ਆ, ਬਹੁਤ ਚੰਗੇ ਲੱਗਦੇ ਆ, ਲੋਕ ਗਾਉਂਦੇ ਆ, ਬਹੁਤ ਚੰਗੇ ਲੱਗਦੇ ਆ, ਲੋਕ ਤਾੜੀ ਮਾਰਦੇ ਆ, ਬਹੁਤ ਚੰਗੇ ਲੱਗਦੇ ਆ। ਕਹਿੰਦੇ ਵੀ ਇੱਕ ਚੀਜ਼ ਮੈਨੂੰ ਕਿਤੇ ਮਿਸਿੰਗ ਲੱਗਦੀ ਸੀ ਵੀ ਜਿਹੜੇ ਸਾਡੇ ਬੱਚੇ ਆ ਵੈਰੀ ਯੰਗ ਏਜ ਦੇ, ਉਹਨਾਂ ਨੂੰ ਭੰਗੜੇ ਦਾ ਪਤਾ ਨਹੀਂ। ਉਹ ਲੋਕਾਂ ਜੋ ਲੋਕ ਤਾੜੀਆਂ ਮਾਰਦੇ, ਉਹ ਤਾੜੀਆਂ ਮਾਰਦੇ ਲੋਕਾਂ ਦੇ ਮੂੰਹ ਵੱਲ ਦੇਖਦੇ ਵੀ ਕੀ ਹੋ ਰਿਹਾ ਹੈ। ਇਹਨਾਂ ਨੇ ਆਪਣੇ ਬਹੁਤ ਗਹਿਰੀ ਸੋਚ ਨਾਲ ਸੋਚਿਆ ਕਿਉਂ ਨਾ ਕੋਈ ਇੱਦਾਂ ਦਾ ਕੰਮ ਕੀਤਾ ਜਾਵੇ ਜਿਹਦੇ ਨਾਲ ਬੱਚਿਆਂ ਦੀ ਜਿਹੜੀ ਮਨੋਰੰਜਨ ਹੈ ਉਹ ਵੀ ਹੋਵੇ ਔਰ ਬੱਚਿਆਂ ਨੂੰ ਇਸ ਭੰਗੜੇ ਨਾਲ, ਇਸ ਸੰਗੀਤ ਦੇ ਨਾਲ ਜੋੜਿਆ ਜਾਵੇ। ਮੇਰੀ ਮੁਰਾਦ ਹੈ ਅੱਜ ਦੇ ਫਨਕਾਰ ਸਾਡੇ ਬਹੁਤ ਸਤਿਕਾਰਯੋਗ ਸੋਹਣ ਕੈਲੀ ਜੀ। ਸੋਹਣ ਕੈਲੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਾਂਸ਼ੀ TV 'ਤੇ। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੈਂ ਧਰਮਚੰਦ ਮੇਹੇ, ਆਪਾਂ ਤੁਹਾਡੇ ਸੰਗੀਤ ਬਾਰੇ, ਤੁਹਾਡੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਤਾਂ ਦੱਸੋ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਕਾਂਸ਼ੀ TV 'ਤੇ ਆ ਕੇ? ਥੈਂਕ ਯੂ ਵੈਰੀ ਮਚ। ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਕਾਂਚੀ TV ਦਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ। ਬਹੁਤ ਕੁਝ ਸਪੋਰਟ ਕਰਦੇ ਆ ਕਮਿਊਨਿਟੀ ਦਾ, ਸੋ ਥੈਂਕ ਯੂ ਵੈਰੀ ਮਚ। ਯੂ ਆਰ ਮੋਸਟ ਵੈਲਕਮ। ਥੈਂਕ ਯੂ। ਅਸੀਂ ਕਾਂਸ਼ੀ TV 'ਤੇ ਹਰ ਇੱਕ ਫਨਕਾਰ ਨੂੰ, ਬਲਕਿ ਹਰ ਉਸ ਸ਼ਖਸੀਅਤ ਨੂੰ, ਹਾਂਜੀ, ਜਿਹਦੇ ਵਿੱਚ ਕੋਈ ਨਾ ਕੋਈ ਹੁਨਰ ਹੈ, ਕਈ ਬੰਦੇ ਉਹ ਗਾਉਂਦੇ ਨਹੀਂ, ਨਾ ਉਹ ਲਿਖਦੇ ਆ, ਲੇਕਿਨ ਉਹਨਾਂ ਵਿੱਚ ਇੱਕ ਸਮਾਜ ਸੇਵਾ ਦਾ, ਕਮਿਊਨਿਟੀ ਸਰਵਿਸ ਦਾ ਮਾਦਾ ਅਸੀਂ ਉਹਨਾਂ ਨੂੰ ਵੀ ਪ੍ਰਮੋਟ ਕਰਦੇ ਹਾਂ। ਅਤੇ ਕਈ ਸਾਡੇ ਜਿਹੜੇ ਯੰਗਸਟਰ ਹੈਗੇ ਆ, ਦੇ ਵਾਂਟ ਟੂ ਬਿਕਮ ਪੋਲੀਟੀਸ਼ੀਅਨਸ, ਅਸੀਂ ਉਹਨਾਂ ਨੂੰ ਵੀ ਪ੍ਰਮੋਟ ਕਰਦੇ ਹਾਂ ਕਿ ਵੀ ਵੀ ਸ਼ੁੱਡ ਡੂ ਸਮਥਿੰਗ ਟੂ ਬੈਨੀਫਿਟ ਕਮਿਊਨਿਟੀ। ਅਤੇ ਤੁਸੀਂ ਸੰਗੀਤਕਾਰ ਵੀ ਹੋ, ਗੀਤਕਾਰ ਕੋ ਵੀ ਹੋ, ਗਾਇਕ ਵੀ, ਔਰ ਭੰਗੜੇ ਦੇ ਤੁਸੀਂ ਆਪਣਾ ਇੱਕ ਹੁਨਰ ਦੱਸਿਆ ਜਿਹੜਾ ਕਿ ਬਹੁਤ ਖੂਬੀ ਵਾਲੀ ਗੱਲ ਆ। ਅੱਛਾ, ਇਹ ਜਿਹੜਾ ਤੁਹਾਡਾ ਭੰਗੜੇ ਵੱਲ ਨੂੰ ਰੁਝਾਨ, ਕਿਉਂਕਿ ਇੰਗਲੈਂਡ ਵਿੱਚ ਪੈਦਾ ਹੋ ਕੇ ਇੱਥੇ ਬਰੋਟ ਅਪ ਹੋ ਕੇ ਬਿਲਕੁਲ ਪੰਜਾਬੀਅਤ ਦੇ ਵਿੱਚ ਬਣਨਾ, ਇਹ ਥੋੜ੍ਹਾ ਡਿਫਿਕਲਟ ਲੱਗਦਾ। ਤੁਸੀਂ ਕਿੱਦਾਂ ਭੰਗੜੇ ਵੱਲ ਆਏ? ਸ਼ੁਰੂਆਤ ਕਿੱਦਾਂ, ਤੁਹਾਨੂੰ ਕਿਹੜੀ ਚੀਜ਼ ਨੇ ਜਾਂ ਕਿਹੜੇ ਇਨਵਾਇਰਮੈਂਟ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਹਾਂਜੀ ਹਾਂਜੀ, ਸਵਾਲ ਤਾਂ ਬਿਲਕੁਲ ਬਹੁਤ ਚੰਗਾ ਸਵਾਲ ਆ। ਇਹ ਬਹੁਤ ਦੂਰ ਦੀ ਕਹਾਣੀ ਆ ਐਕਚੁਅਲੀ, ਬੇ ਸਾਰਿਆਂ ਨੂੰ ਨਹੀਂ ਪਤਾ। 1983 ਦੇ ਵਿੱਚ, ਠੀਕ ਹੈ, ਇਹਨਾਂ ਸਾਲਾਂ ਦੇ ਵਿੱਚ ਭੰਗੜਾ ਦੇਖਿਆ ਸਕੂਲਾਂ ਦੇ ਵਿੱਚ ਪੈਂਦਾ, ਔਰ ਵਰਕਸ਼ਾਪਸ। ਐਕਚੁਅਲੀ ਜੇ ਸੋਚਿਆ ਜਾਵੇ, ਜੇ ਮੈਂ ਸਹੀ ਕਹਾਂ, 82 ਦੇ ਵਿੱਚ ਅਸੀਂ ਇੰਡੀਆ ਗਏ, ਉੱਥੇ ਅਸੀਂ ਭੰਗੜਾ ਵੇਖਿਆ ਵਿਆਹ ਸ਼ਾਦੀਆਂ, ਜਸਟ ਫੈਮਿਲੀ ਹੋਲੀਡੇ। ਓਕੇ। ਤਾਂ ਫਿਰ 83 ਦੇ ਵਿੱਚ ਲੋਕਲ ਭੰਗੜਾ ਟੀਮ ਸਾਡੇ ਸਕੂਲ ਦੇ ਵਿੱਚ ਆਏ ਸੀਗੇ, ਵੈਸਟ ਪਾਰਕ ਪ੍ਰਾਇਮਰੀ ਸਕੂਲ, ਵੋਵਰਹੈਂਪਟਨ, ਜਿੱਥੇ ਅਸੀਂ ਜੰਮੇ ਪਲੇ। ਵੋਵਰਹੈਂਪਟਨ ਸਾਡਾ ਪਿੰਡ ਆ, ਸ਼ਹਿਰ ਆ। ਔਰ ਉੱਥੇ ਭੰਗੜਾ ਕਿਸੇ ਨੂੰ ਪਤਾ ਨਹੀਂ ਸੀ ਕਿ ਭੰਗੜਾ ਕੀ ਆ, ਨਵੀਂ ਜਨਰੇਸ਼ਨ ਨੂੰ। ਪਰ ਅਸੀਂ ਢੋਲ ਸੁਣਿਆ, ਢੋਲਕੀ, ਵਾਜਾ, ਚਿਮਟੇ ਵੱਜਦੇ ਸੀਗੇ, ਤਾਂ ਮੈਂ ਸੋਚਿਆ ਵਾਓ ਦਿਸ ਇਜ਼ ਫੈਂਟੈਸਟਿਕ। ਜਿਹੜੀ ਬੀਟ ਸੀਗੀ ਢੋਲ ਦੀ, ਡਰਮ, ਡੱਗਾ ਲੱਗਦੀ ਸੀ, ਤਿੱਲੀ, ਆਈ ਵਾਜ਼ ਵੈਰੀ ਇੰਪਰੈਸਡ। ਮੈਂ ਸੋਚਿਆ ਵੀ ਮੈਂ ਵੀ ਸਿੱਖਣਾ ਚਾਹੁੰਦਾ ਹਾਂ। ਉਸ ਦਿਨ ਵਿੱਚ ਕੋਈ ਸਿਖਾਉਂਦਾ ਨਹੀਂ ਸੀਗਾ। ਸੋ ਹੱਸਦਾ ਪੰਜਾਬ ਗਰੁੱਪ, ਐਕਚੁਅਲੀ ਹੱਸਦਾ ਪੰਜਾਬ ਗਰੁੱਪ ਵੋਵਰਹੈਂਪਟਨ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ, ਕਿਉਂਕਿ ਉਹਨੇ ਸਾਨੂੰ ਸਿਖਾ ਲਿਆ। ਔਰ ਹੌਲੀ 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 ਸਿੱਖਣ ਲੱਗ ਪਏ। ਪਰ ਪਹਿਲਾਂ ਚੀਜ਼ ਇਹ ਆ ਕਿ ਮੰਮੀ ਡੈਡੀ ਦਾ ਬਹੁਤ ਬਹੁਤ ਥੈਂਕ ਯੂ। ਸੋ ਟੂ ਮਾਈ ਮਮ ਐਂਡ ਡੈਡ, ਬਿਗ ਥੈਂਕਸ ਈਵਨ ਟੂ ਦਿਸ ਡੇ ਫॉर ਸਪੋਰਟਿੰਗ,
ਕਿਉਂਕਿ ਉਹਨਾਂ ਤੋਂ ਬਗੈਰ ਨਥਿੰਗ ਕੈਨ ਹੈਪਨ। ਜਿੰਨਾ ਕੁੱਟ ਪਣੀ ਸੀ। ਹਾਂਜੀ ਹਾਂਜੀ, ਨਥਿੰਗ ਕੈਨ ਹੈਪਨ। ਠੀਕ। ਡੈਡੀ ਹੁਣੀ ਮਤਲਬ ਉਹ ਸਲਿੱਪ ਹੁੰਦੀ ਸੀਗੀ, ਉਹ ਸਾਈਨ ਕਰਨੀ ਹੁੰਦੀ ਸੀ, ਸਲਿੱਪ ਤੁਸੀਂ ਸਾਈਨ ਕਰੋ ਕਿਉਂਕਿ ਫਿਰ ਬੱਚਾ ਕੈਨ ਸਟੇ ਆਫਟਰ ਸਕੂਲ ਅੱਧੇ ਘੰਟੇ ਦਾ ਐਂਡ ਲਰਨ ਭੰਗੜਾ। ਫਿਰ ਹੌਲੀ 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 ਸਿੱਖ ਕੇ ਸਕੂਲ ਦੀ ਟੀਮ ਬਣ ਗਈ, ਵੈਸਟ ਪਾਰਕ ਜੂਨੀਅਰ ਸਕੂਲ ਭੰਗੜਾ ਟੀਮ ਬਣ ਗਈ। 5-6 ਮੁੰਡੇ ਹੁੰਦੇ ਸੀਗੇ ਟੀਮ ਦੇ ਵਿੱਚ। ਫਿਰ ਉਹਨਾਂ ਦੀ ਵਰਦੀ ਵੀ ਪਾਉਂਦੇ ਹੁੰਦੇ ਸੀਗੇ ਐਨ ਮਤਲਬ ਨਾਈਸ ਲੱਗਦੇ ਸੀਗੇ। ਤਾਂ ਫਿਰ ਹੌਲੀ 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 ਸਕੂਲਾਂ ਦੇ ਵਿੱਚ ਜਾਣ ਲੱਗ ਪਏ। ਦੀਵਾਲੀ ਦਾ ਪ੍ਰੋਗਰਾਮ ਹੁੰਦਾ ਸੀਗਾ, ਸੋ ਦੀਵਾਲੀ ਸ਼ੋਅ ਜਾਂ ਸਕੂਲ ਅਸੈਂਬਲੀ ਹੁੰਦੀ ਸੀਗੀ ਜਾਂ ਸਪੋਰਟਸ ਡੇ ਹੁੰਦਾ ਸੀਗਾ ਜਾਂ ਵਿਸਾਖੀ ਆ ਗਈ ਤਾਂ ਵਿਸਾਖੀ 'ਤੇ ਵੀ ਪੇਸ਼ ਕਰਨਾ ਭੰਗੜਾ ਪਰਫੋਰਮੈਂਸ ਕਰਨੀ ਸੀਗੀ। ਤਾਂ ਫਿਰ ਹੌਲੀ 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 ਇਹ ਮੇਰਾ ਹੌਬੀ ਹੋ ਗਈ। ਠੀਕ ਹੈ। ਹੌਬੀ ਹੋ ਗਈ। ਕਈ ਬੱਚੇ ਫੁੱਟਬਾਲ ਖੇਡਦੇ ਹੁੰਦੇ ਆ ਜਾਂ ਕ੍ਰਿਕਟ ਖੇਡਦੇ ਆ ਜਾਂ ਕੋਈ ਹੋਰ ਡਾਂਸ ਮਿਊਜ਼ਿਕ ਲਰਨ ਕਰਦੇ ਆ। ਮੇਰਾ ਸ਼ੌਂਕ ਸੀਗਾ ਭੰਗੜਾ। ਠੀਕ। ਸੋ ਫਰੋਮ ਰਾਈਟ अर्ਲੀ ਏਜ, ਸਿੰਸ ਦੀ ਏਜ ਆਫ 8 ਸਾਲਾਂ ਦਾ ਸੀ ਮੈਂ। ਭੰਗੜਾ ਹੈਜ਼ ਆਲਵੇਜ਼ ਬੀਨ ਇਨ ਦਾ ਹਾਰਟ ਇਫ ਯੂ ਲਾਈਕ। ਸੋ ਇਹ ਕਹਿ ਕੇ ਐਜ਼ ਵੀ ਪ੍ਰੋਗਰੈਸ ਜਦੋਂ ਕਾਲਜ ਗਏ ਉੱਥੇ ਵੀ ਭੰਗੜਾ ਟੀਮ ਸੀਗੀ। ਓਕੇ। ਸੈਕੰਡਰੀ ਸਕੂਲ ਵਿੱਚ ਭੰਗੜਾ ਟੀਮ ਸੀ। ਐਕਚੁਅਲੀ ਦੈਟ ਵਾਸ ਰੀਲੀ ਕੁਆਇਟ ਡਿਫਿਕਲਟ ਕਿਉਂਕਿ ਉਹ ਮੁੰਡੇ ਵੀ ਕਾਫੀ ਤਕੜੇ ਸੀਗੇ ਐਂਡ ਉਹ ਕਦੇ ਕਦੇ ਦਿੰਦੇ ਨਹੀਂ ਸੀਗੇ ਵੀ ਤੁਸੀਂ ਵੀ ਜਾਓ ਮੋਰੇ ਹੈ ਨਾ ਕਿਉਂਕਿ ਕਾਫੀ ਤਕੜੇ ਸੀ। ਹਾਂ, ਬਿਕਾਜ਼ ਯੂ ਹੈਵ ਟੂ ਵਰਕ ਫॉर योर ਪਲੇਸ ਐਂਡ ਦੈਟਸ ਗ੍ਰੇਟ ਬਿਕਾਜ਼ ਇਟ ਟੀਚ ਯੂ ਲੈਸਨ ਬਿਕਾਜ਼ ਯੂ ਹੈਵ ਟੂ ਕੀਪ ਪ੍ਰੋਗਰੈਸਿੰਗ ਆਪਣਾ ਆਰਟ। ਫਿਰ ਕਾਲਜ ਜਾ ਕੇ ਭੰਗੜਾ ਪਾਇਆ ਵੂਲਫਰਨ ਕਾਲਜ ਵੁਲਵਰਹੈਂਪਟਨ, ਉੱਥੇ ਗਏ ਸੀਗੇ। ਤਾਂ ਫਿਰ ਜਦੋਂ ਫਿਰ ਕਾਲਜ ਲੀਵ ਹੋਏ ਤਾਂ ਫਿਰ ਮੈਂ, ਤੁਸੀਂ ਬਿਲੀਵ ਨਹੀਂ ਕਰਨਾ, ਜਿਹੜੀ ਟੀਮ ਨੇ ਮੈਨੂੰ ਸਿਖਾਇਆ ਉਹਨਾਂ ਦੇ ਨਾਲ ਮੈਂ ਰਲ ਗਿਆ। ਓਕੇ। ਹੱਸਦਾ ਪੰਜਾਬ ਗਰੁੱਪ, ਉਹਨਾਂ ਦੇ ਨਾਲ ਭੰਗੜੇ ਪਾਏ ਤਾਂ ਬਹੁਤ ਦੁਨੀਆ ਦੇਖੀ। ਯੂਰਪ ਗਏ, ਅਮਰੀਕਾ ਗਏ, ਕੈਨੇਡਾ ਵੱਲ ਵੀ ਗਏ, ਮੌਕਾ ਮਿਲ ਗਿਆ। ਸੋ ਬਹੁਤ ਵਿਆਹ ਸ਼ਾਦੀਆਂ ਕੀਤੀਆਂ। ਅੱਛਾ, ਆਪਾਂ ਕਾਲਜ ਤੋਂ ਪਹਿਲਾਂ ਮੁੜ ਕੇ ਤੁਹਾਡੇ ਬਚਪਨ ਵੱਲ ਆਉਂਦੇ ਆ। ਹਾਂਜੀ ਹਾਂਜੀ। ਸੋਹਣ ਕਹਿ ਲਈਏ ਜਿਹੜਾ ਤੁਹਾਡਾ ਬਚਪਨ ਸੀ, ਹਾਂਜੀ। ਅਰਲੀ ਡੇਜ਼ ਆਫ ਚਾਈਲਡਹੁੱਡ, ਹਾਂਜੀ, ਉਹ ਕਿੱਦਾਂ ਦਾ ਰਿਹਾ? ਤੁਸੀਂ ਕਿੱਥੇ ਖੇਲੇ, ਕਿਹੜੇ ਸਕੂਲ ਗਏ, ਕਿੱਦਾਂ ਦਾ ਸੀ ਤੁਹਾਡਾ ਬਚਪਨ? ਹਾਂਜੀ। ਤੁਹਾਡੇ ਫਰੈਂਡਸ ਵਾਟ ਵਰ ਦੇ ਲਾਈਕ? ਦੇ ਬੀਟ ਯੂ? ਵਾਓ। ਔਰ ਦੇ ਬੀਨ ਬੀਟਨ? I think it was both ways actually. Amazing, absolutely amazing. ਉਹ ਦਿਨਾਂ ਦੇ ਵਿੱਚ ਨਾ ਜਿਹੜੇ ਕਮਿਊਨਿਟੀ ਸੀ, ਪੰਜਾਬੀ ਕਮਿਊਨਿਟੀ, ਏਸ਼ੀਅਨ ਕਮਿਊਨਿਟੀ, ਸਾਰੇ ਮਤਲਬ ਰਲ ਮਿਲ ਕੇ ਰਹਿੰਦੇ ਹੁੰਦੇ ਸੀਗੇ ਇੱਕ ਸਟਰੀਟ ਦੇ ਵਿੱਚ ਜਾਂ ਸੇਮ ਏਰੀਆ ਦੇ ਵਿੱਚ। ਸੋ ਵੈਸਟ ਪਾਰਕ ਸਕੂਲ ਦੇ ਵਿੱਚ ਸਾਡਾ ਸਕੂਲ ਹੁੰਦਾ ਸੀਗਾ ਔਰ ਕਮਿਊਨਿਟੀ ਇਟ ਵਾਸ ਵੈਰੀ ਮਿਕਸਡ। ਦ community was so mixed and the school we went to was very mixed, Asian children and children from other cultures as well. So मैं अपने आप ਨੂੰ ਬਹੁਤ ਮਤਲਬ ਹੈਪੀ ਫੀਲ ਕਰਦਾ ਕਿਉਂਕਿ ਜਿਹੜੀ ਕਮਿਊਨਿਟੀ ਵਿੱਚ ਅਸੀਂ ਗਰੁੱਪ ਹੋਏ ਸਾਰਾ ਕੁਝ ਮਿਕਸਡ ਸੀਗਾ। So school was beautiful, wonderful school, West Park Primary School, and ਘਰ ਦੇ ਵਿੱਚ ਤੁਸੀਂ ਬਲੀਵ ਨਹੀਂ ਕਰਨਾ, ਘਰ ਦੇ ਵਿੱਚ ਮਤਲਬ ਇੰਨਾ ਮਿਊਜ਼ਿਕ ਹੁੰਦਾ ਸੀਗਾ और वैरायटी ਹੁੰਦੀ ਸੀ ਮਿਊਜ਼ਿਕ ਦੀ। ਐਵਰੀਥਿੰਗ ਫਰੋਮ ਧਾਰਮਿਕ ਸ਼ਬਦ to pop songs, English mainstream, everything was being played, right to Bob Marley, reggae music। ਇੱਕ ਕਮਰੇ ਦੇ ਵਿੱਚ ਕभी ਦੇ ਗਾਣੇ ਵੀ ਹੁੰਦੇ ਸੀਗੇ। ਸੋ ਉਸ ਦਿਨਾਂ ਦੇ ਵਿੱਚ ਕੋਈ ਇੰਟਰਨੈਟ ਨਹੀਂ ਸੀਗਾ, ਕੋਈ ਸੋਸ਼ਲ ਮੀਡੀਆ ਨਹੀਂ ਸੀਗਾ, ਵੀਡੀਓ ਨਵੇਂ ਆ ਸੀਗੇ। ਸੋ every weekend my dad would hire video from the shop, है ना। ਵੀਡੀਓ ਤਾਂ ਇੱਕ ਮਤਲਬ ਇੱਕ ਵੀਡੀਓ ਫਿਲਮ ਅਸੀਂ ਅਮਿਤਾਭ ਬੱਚਨ ਦੀ ਦਾ ਕੋਈ ਦੇਖਦੇ ਹੁੰਦੇ ਸੀਗੇ। ਘਰ ਦੇ ਵਿੱਚ ਅਸੀਂ ਪੰਜਾਬੀ ਬੋਲਦੇ ਸੀਗੇ, ਇੰਗਲਿਸ਼ ਬੋਲਦੇ ਸੀਗੇ, ਹਿੰਦੀ ਤਾਂ ਆਉਂਦੀ ਨਹੀਂ ਸੀਗੀ। ਸੋ ਹਿੰਦੀ ਥੋੜ੍ਹੀ ਬਹੁਤੀ ਸਿੱਖੀ ਫਿਲਮਾਂ ਦੇਖ ਕੇ, ਅਮਿਤਾਭ ਬੱਚਨ ਦੀ ਫਿਲਮਾਂ ਦੇਖੇ ਨਾ, ਉਹ ਆਪਣੇ ਹੀਰੋ ਆ, ਇੰਨੇ ਵੱਡੇ ਸਟਾਰ ਆ। ਅਸੀਂ ਵੀ ਚਾਹੁੰਦੇ ਸੀ ਇੱਕ ਦਿਨ ਅਸੀਂ ਵੀ ਇੱਦਾਂ ਬਣੀਏ, ਪਰ ਸਾਨੂੰ ਬਹੁਤ ਮਤਲਬ ਖੁਸ਼ੀ ਹੋਈ। ਔਰ ਘਰ ਦੇ ਵਿੱਚ ਰਲ ਮਿਲ ਕੇ ਰਹਿਣਾ, ਰੋਟੀ ਪਾਣੀ ਇਕੱਠੇ ਹੋ ਕੇ ਖਾਣਾ ਪੀਣਾ, ਔਰ ਬਹੁਤ ਜਿੱਦਾਂ ਦਾਦੀ ਦਾਦਾ ਮੰਮੀ ਡੈਡੀ ਸਾਰੇ ਇਕੱਠੇ। ਸੋ ਇਸ ਤਰ੍ਹਾਂ ਪੰਜਾਬੀ ਵੀ ਸਿੱਖੀ। ਅੱਛਾ ਕਹਿਲੇ ਸਾਹਿਬ, ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਆਪਾਂ ਜਿੱਥੇ ਆਪਾਂ ਨਾ ਤੁਹਾਡੀ ਲਾਈਫ ਬਾਰੇ ਗੱਲ ਕਰਦੇ ਹਾਂ, ਹਾਂਜੀ, ਉੱਥੇ ਆਪਾਂ ਇੱਕ ਤਰ੍ਹਾਂ ਦਾ ਮੈਸੇਜ ਵੀ ਹਾਂਜੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ।
ਆਮ ਤੌਰ ਤੇ ਕਿਹਾ ਜਾਂਦਾ ਕਾਕਾ ਤੂੰ ਆਪਣੇ ਭਰਾ ਵੱਲ ਖਿਆਲ ਰੱਖ, ਤੂੰ ਕੀ ਕਰਨਾ ਭੰਗੜੇ ਨੂੰ, ਤੂੰ ਕੀ ਕਰਨਾ ਮਿਊਜ਼ਿਕ ਨੂੰ, ਇਹ ਨਹੀਂ ਕਰਨਾ, ਤੂੰ ਉਹ ਕਰਨਾ। ਤੁਸੀਂ ਆਪਣੇ ਆਪ ਨੂੰ ਪੂਰਾ ਮਿਊਜ਼ਿਕ ਵਿੱਚ ਢਾਲਿਆ, ਭੰਗੜੇ ਵਿੱਚ ਢਾਲਿਆ। ਜਿਹੜੀ ਤੁਹਾਡੀ ਪੜ੍ਹਾਈ ਸੀ ਉਹ ਅਫੈਕਟ ਹੋਈ ਜਾਂ ਨਹੀਂ ਹੋਈ ਭੰਗੜੇ ਕਰ ਬਿਕੋਜ਼ ਆਫ ਭੰਗੜਾ ਜਾਂ ਬਿਕੋਜ਼ ਪੰਜਾਬੀ ਮਿਊਜ਼ਿਕ? ਹਾਂਜੀ, not at all, no, absolutely no। ਜਿੱਦਾਂ ਮੇਰੀ ਅਪਬ੍ਰਿੰਗਿੰਗ ਸੀਗੀ, ਕਿਉਂਕਿ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਇੰਟਰਪਟ ਨਹੀਂ ਕੀਤਾ ਕਿ ਤੁਸੀਂ ਵੀ ਆ ਕੇ ਰੌਲਾ ਪਾਇਆ ਵੀ ਪੜ੍ਹ, ਅਸੀਂ ਚਾਹੁੰਦੇ ਹਾਂ ਤੂੰ ਡਾਕਟਰ ਬਣ, ਅਸੀਂ ਚਾਹੁੰਦੇ ਹਾਂ ਤੂੰ ਵਕੀਲ ਬਣ, ਜਾਂ ਤੂੰ ਜਿਹੜੀ ਮਤਲਬ ਪ੍ਰੋਫੈਸ਼ਨਲ ਅੱਗੇ ਵਧੋ? ਹਾਂਜੀ, ਡੈਫੀਨੇਟਲੀ ਇਹ ਵੀ ਸੀਗਾ। ਹਾਂਜੀ, ਤੁਸੀਂ ਹਾਊ ਡਿਡ ਯੂ ਹੈਂਡਲ ਦੈਟ? ਹਾਂਜੀ, ਦੈਟ ਵਾਸ ਵੈਰੀ ਗੁੱਡ। ਈਵਨ ਵਨ ਭੰਗੜਾ ਵਾਸ ਅ ਹੌਬੀ, ਕੀ ਆ ਤੁਸੀਂ ਹੋਰ ਕੋਈ ਕੰਮ ਕਰੋ ਨਾ, ਵਿਚ ਆਈ ਥਿੰਕ ਹਾਂ ਠੀਕ ਆ, ਇੰਪੋਰਟੈਂਟ ਆ। ਉਹਨਾਂ ਦੇ ਐਡਵਾਈਸ ਵੀ ਚੰਗੀ ਆ। ਉਹ ਟੈਸਟ ਵੀ ਕਰਦੇ ਆ, ਯੂ ਪੇਰੈਂਟਸ ਜਾਂ ਬਜ਼ੁਰਗ ਆਪਣੇ ਨੂੰ ਟੈਸਟ ਵੀ ਕਰਦੇ ਪਏ, ਇਜ਼ ਇਟ ਜਸਟ ਅ ਹੌਬੀ ਜਾਂ ਕਿੱਦਾਂ। ਮੈਨੂੰ ਆਏ ਸੀ ਬਹੁਤ ਕਹਿੰਦੇ ਸੀ ਇੰਜੀਨੀਅਰ ਬਣ ਜਾਓ ਜਾਂ ਕੋਈ ਹੋਰ ਪ੍ਰੋਫੈਸ਼ਨ 'ਤੇ ਚਲ ਜਾਓ। ਪਰ ਪਤਾ ਕੀ, ਜੇ ਮੈਂ ਆਪਣੀ ਸਹੀ ਗੱਲ ਦੱਸਾਂ, ਜਿਹੜੀ ਆਰਟ ਆ, ਆਰਟ, ਡਰਾਇੰਗ, ਪੇਂਟਿੰਗ, ਗ੍ਰਾਫਿਕਸ ਡਿਜ਼ਾਈਨ, ਇਹ ਮੇਰਾ ਸ਼ੌਂਕ ਸੀਗਾ। ਠੀਕ। ਮੈਂ ਜਾਂ ਕੰਪਿਊਟਰਸ ਗ੍ਰਾਫਿਕਸ, ਆਈ ਰੀਲੀ ਲਾਈਕ ਗ੍ਰਾਫਿਕਸ ਡਿਜ਼ਾਈਨ, CGI ਐਨੀਮੇਸ਼ਨ। ਠੀਕ ਹੈ, ਇਹ ਮੇਰਾ ਪੈਸ਼ਨ ਸੀਗਾ। ਇੰਜੀਨੀਅਰ ਜਾਂ ਡਾਕਟਰ ਜਾਂ ਡੈਂਟਿਸਟ, ਇਹ ਨਹੀਂ ਕੰਮ ਮੇਰੇ ਤੋਂ ਔਖਾ ਸੀ। ਬਟ ਥੈਂਕ ਯੂ, ਕਾਫੀ ਹੈਗੇ ਆ ਔਰ ਹੋਰ ਵੀ ਹੋਣੇ ਚਾਹੀਦੇ ਆ। ਬਟ ਮੇਰਾ ਖਿਆਲ ਹੈ ਮਿਊਜ਼ਿਕ ਦੇ ਤੌਰ 'ਤੇ ਆਰਟ ਇਜ਼ ਵੈਰੀ ਇੰਪੋਰਟੈਂਟ। ਸਾਰੇ ਪ੍ਰੋਫੈਸ਼ਨ ਵਿੱਚ ਆਰਟ ਹੈਗੀ ਆ। ਕਿਉਂਕਿ ਜਿਹੜਾ ਮਿਊਜ਼ਿਕ ਆ ਨਾ, ਇਹ ਜਿੱਦਾਂ ਨਾ ਤੁਸੀਂ ਡਰਾਇੰਗ ਕਰਦੇ ਆ, ਯੂ ਹੈਵ ਟੂ ਕਨਸੈਂਟਰੇਟ। ਆਫ ਕੋਰਸ। ਜਿਹੜਾ ਸੰਗੀਤ ਵੀ ਆ ਨੀਡਸ ਕਨਸੈਂਟਰੇਸ਼ਨ। ਜੇ ਤੁਹਾਡੀ ਕਨਸੈਂਟਰੇਸ਼ਨ ਤੁਸੀਂ ਗਾ ਹੀ ਨਹੀਂ ਸਕਦੇ। ਅੱਛਾ, ਆਪਾਂ ਇਹਨੂੰ ਅੱਗੇ ਤੋਰੀਏ ਕਿ ਤੁਸੀਂ ਭੰਗੜਾ ਸਿੱਖਿਆ। ਤੁਹਾਨੂੰ ਸਭ ਤੋਂ ਜ਼ਿਆਦਾ ਸਿੱਖਣ ਦਾ ਮੌਕਾ ਕਿਹਦੇ ਕੋਲੋਂ, ਤੁਸੀਂ ਕਿਹਨੂੰ ਮੰਨਦੇ ਆ ਕਿ ਫਲਾਨਾ ਬੰਦਾ ਸੋ ਐਂਡ ਸੋ ਗਰੁੱਪ ਜਾਂ ਸੋ ਐਂਡ ਸੋ ਪਰਸਨ ਜਿਹੜੀ ਤੁਹਾਡੇ ਮਨ 'ਚ ਬਹੁਤ ਰਿਸਪੈਕਟ ਆ ਵੀ ਉਹ ਬਹੁਤ ਵਧੀਆ ਭੰਗੜੇ ਵਾਲਾ ਸੀਗਾ, ਜਾਂ ਉਹਨੇ ਮੈਨੂੰ ਬਹੁਤ ਪਿਆਰ ਨਾਲ ਸਿਖਾਇਆ, ਤੁਸੀਂ ਕਿਹਨੂੰ ਇਹ ਕ੍ਰੈਡਿਟ ਦੇਣਾ ਚਾਹੋਗੇ? ਸਾਡੇ ਉਸਤਾਦ ਕਾਫੀ ਆ ਐਕਚੁਅਲੀ। ਫਰਸਟ ਆਫ ਆਲ ਹੱਸਦਾ ਪੰਜਾਬ ਭੰਗੜਾ ਗਰੁੱਪ ਵੋਵਰਹੈਂਪਟਨ, ਬਿਗ ਥੈਂਕਸ ਟੂ them, they played a huge part in my life। ਠੀਕ ਹੈ। For 15 ਸਾਲ professionally performing, even as a hobby, ਹੱਸਦਾ ਪੰਜਾਬ ਗਰੁੱਪ I would say number 1, ਕਿਉਂਕਿ ਉਹਨੇ ਮੈਨੂੰ from 83 all the way to 2002 or 2003 ਦੇਖ ਲਓ ਤੁਸੀਂ, ਉਹਨਾਂ ਦੇ ਨਾਲ ਭੰਗੜਾ ਪਾਇਆ, ਟੂਰਿੰਗ ਕੀਤੀ ਅਰਾਊਂਡ ਦ ਵਰਲਡ, ਬਹੁਤ ਫੈਸਟੀਵਲਸ ਕੀਤੇ, ਹਾਰਡ ਵਰਕ ਕੀਤਾ। wasn't easy, not easy, no। You got your proper physical। ਹਾਂਜੀ, from physical point of view, mental point of view, eating right as well, all these things, है ना। and also ਪੰਜਾਬੀ, ਕਿਉਂਕਿ ਪੰਜਾਬੀ ਵੀ ਘਰ ਬੋਲਦੇ ਸੀਗੇ, ਪਰ ਮੁੰਡੇ ਦੇ ਨਾਲ ਵੀ ਪੰਜਾਬੀ ਬੋਲਣਾ, ਫੁੱਟਬਾਲ ਖੇਡਣਾ, ਔਰ ਬੈਂਡ ਦੇ ਵਿੱਚ ਇਕੱਠੇ ਰਲ ਮਿਲ ਕੇ ਬਹਿਣਾ, ਬੋਲੀਆਂ ਪਾਣੀਆਂ ਜਾਂ ਸਿੱਖਣੀਆਂ, ਜਾਂ ਭੰਗੜੇ ਦੇ ਸਟੈਪ ਸਿੱਖਣੇ। ਜੋ ਸਾਡੇ ਉਸਤਾਦ ਨਰਿੰਦਰ ਸਿੰਘ ਵਿਨੀ, ਜੋ ਸਾਡੇ ਟੂਰ ਮਾਸਟਰ, ਹਾਂਜੀ, ਨਰਿੰਦਰ ਵਿਨੀ, ਪਿਆਰ ਨਾਲ ਵਿਨੀ ਕਹਿੰਦੇ ਆ ਭਾਜੀ ਹੁਣੀ, ਫੈਂਟੈਸਟਿਕ, ਐਬਸੋਲੂਟਲੀ। ਉਹਨੇ ਬਹੁਤ ਸਾਨੂੰ ਸਿਖਾਇਆ। ਅਮਰਜੀਤ ਸਿੰਘ, ਅਮਰੀਕ ਸਿੱਖੋਨ, ਜਗਤਾਰ ਸਿੰਘ ਮੇਰੇ ਉਸਤਾਦ, ਜੋ ਮੈਂ ਕਹਿ ਨਹੀਂ ਸਕਦਾ how much I appreciate them very a lot। also ਇਹਦੇ ਨਾਲ ਹੀ ਢੋਲ ਕਿੰਗ ਗੁਰਚਰਨ ਮੱਲ ਜੀ, even to this day ਭਾਜੀ ਹੁਣੀ have supported me a lot, and I look up to them। ਕਿਉਂਕਿ ਜੇ ਉਹ ਨਾ ਹੁੰਦੇ, ਗੁਰਚਰਨ ਮੱਲ ਇਜ਼ ਬਹੁਤ ਬਿਗ ਪਰਸਨੈਲਿਟੀ, ਹਾਂਜੀ, ਉਹ ਨਾ ਹੁੰਦੇ, ਮਿਊਜ਼ੀਕਲ ਇੰਡਸਟਰੀ ਇਹ ਨਾ ਹੋਣਾ ਸੀਗਾ। ਬਿਕਾਜ਼ ਉਹਨੇ ਇੰਨਾ ਮਿਹਨਤ ਕੀਤੀ, ਹਾਰਡ ਵਰਕ ਕੀਤਾ for the younger generation to open the doors for us, so hopefully we can open the doors for the next generation। ਬਹੁਤ ਵਧੀਆ। ਅੱਛਾ,
ਤੁਸੀਂ ਇੱਕ ਵਿਲੱਖਣਤਾ ਦਿਖਾਈ ਆਪਣੇ ਮਿਊਜ਼ੀਕਲ ਕਰੀਅਰ ਵਿੱਚ। ਵਿਲੱਖਣਤਾ ਲਫ਼ਜ਼ ਹੁੰਦਾ ਕਿ ਸਮਥਿੰਗ ਸਪੈਸ਼ਲ। ਹਾਂਜੀ ਤੁਸੀਂ ਇੱਕ ਸਪੈਸ਼ਲ ਚੀਜ਼ ਲੋਕਾਂ ਨੂੰ ਦਿੱਤੀ ਹੈ ਜਿਹੜੀ ਆਮ ਲੋਕ ਉਹ ਗਾਉਂਦੇ ਆ ਸਿਆਣਿਆਂ ਲਈ। ਹਾਂਜੀ ਆਮ ਲੋਕ ਕੋਈ ਤੂੰਬੀ ਨਾ ਗਾਉਂਦਾ, ਕੋਈ ਬਾਜੇ ਨਾ ਗਾਉਂਦਾ, ਕੋਈ ਜਿੱਦਾਂ ਮਰਜ਼ੀ ਗਾਉਂਦਾ, ਪਰ ਲੇਕਿਨ ਉਹ ਗਾਉਂਦੇ ਆ ਫॉर ਗਰੋਨ ਅਪ ਪੀਪਲ। ਹਾਂਜੀ ਤੁਸੀਂ ਜਿਹੜਾ ਆਪਾਂ ਪਹਿਲਾ ਆਈਟਮ ਲਾਈ ਹਾਂਜੀ। ਜਾਂ ਆਪਾਂ ਜਿਹਦੇ ਬਾਰੇ ਗੱਲ ਕਰਦੇ ਸੀਗੇ ਉਹਦੇ ਵਿੱਚ ਬੱਚਿਆਂ ਦੀ ਇੰਟਰਟੇਨਮੈਂਟ ਇਨ ਪਰਟੀਕੂਲਰ ਤੁਸੀਂ ਮਾਈਂਡ 'ਚ ਰੱਖੀ ਆ। ਹਾਂਜੀ ਇਹ ਤੁਹਾਨੂੰ ਵਿਚਾਰ ਕਿੱਦਾਂ ਆਇਆ? ਹਾਊ that thought developed in your mind ਹਾਂਜੀ with this is what I need to do for the kids? ਹਾਂਜੀ ਹਾਂਜੀ ਤੇ ਇਹਦਾ ਦੱਸੋ ਵੀ ਜਿਹੜੀ ਫਾਊਂਡੇਸ਼ਨ ਆਫ how you thought about it? ਹਾਂਜੀ ਇਹ ਅਗੇਨ ਵੈਰੀ ਗੁੱਡ ਕੁਐਸਚਨਸ। ਇਹਦੇ ਪਿੱਛੇ ਵੀ ਇੱਕ ਕਹਾਣੀ ਆ ਜੀ। ਕਿਉਂਕਿ ਜਦੋਂ ਭੰਗੜਾ ਸਿੱਖਦੇ ਸੀਗੇ ਅਸੀਂ, ਸਾਨੂੰ ਆਪ ਨਹੀਂ ਮਹਿਸੂਸ ਹੁੰਦਾ ਵੀ ਬੋਲੀਆਂ ਕੀ ਆ, ਸਾਨੂੰ ਵੀ ਆਪਣੀ ਸਿੱਖਣੀਆਂ ਪੈਂਦੀਆਂ ਵੀ ਖੇਤੀਬਾੜੀ ਆ, ਗੁੱਡਣਾ ਬੀਜਣਾ ਠੀਕ ਆ। ਜਾਂ ਵੱਢਣਾ, ਭਰੀ ਨੂੰ ਚੱਕਣਾ ਰੱਖਣਾ ਗੱਡੇ ਤੇ, ਉਹ ਸਟੋਰੀ ਬਣ ਗਈ। ਤਾਂ ਫਿਰ ਅਸੀਂ ਸੋਚਿਆ ਜੋ ਮਿਊਜ਼ਿਕ ਅਸੀਂ ਸੁਣਦੇ ਸੀਗੇ 80s ਦੇ ਵਿੱਚ ਕਈਆਂ ਨੂੰ ਨਹੀਂ ਪਸੰਦ ਸੀਗਾ ਕਿਉਂਕਿ ਬੋਲੀਆਂ ਸੀਗੀਆਂ ਜਾਂ ਪਰ ਸਾਨੂੰ ਲੈਂਗੁਏਜ ਦੀ ਸੀ ਪ੍ਰੋਬਲਮ ਪੈਂਦੀ ਸੀਗੀ, ਸਾਨੂੰ ਨਹੀਂ ਸਾਰੇ ਲਫ਼ਜ਼ ਸਮਝ ਆਉਂਦੇ, ਪਰ ਸਾਨੂੰ ਕੀ ਪਿਆਰ ਸੀਗਾ ਉਹ ਬੀਟਾਂ ਦੇ ਨਾਲ। ਠੀਕ ਆ। ਉਹ ਰਿਦਮ, ਉਹ ਸਿੰਥੇਸਾਈਜ਼ਰ ਵੱਜਦਾ ਸੀਗਾ, ਉਹ ਸੀ ਕਨੈਕਸ਼ਨ। ਅਸੀਂ ਉੱਥੇ ਮਤਲਬ ਡਾਂਸ ਕਰਦੇ ਸੀਗੇ, ਨੱਚਦੇ ਸੀਗੇ। ਸੋ ਜਦੋਂ ਮੈਂ ਸੋਚਿਆ ਭੰਗੜਾ ਸਿੱਖੇ, ਪਰ ਹਲੇ ਵੀ ਸਿੱਖਦੇ ਆ, ਇਹ ਨਹੀਂ ਪੇ you never end, that journey still continues. I'll never say I know it all because I'm still learning and still a beginner. ਮੈਂ ਸੋਚਿਆ ਵੀ ਜਦੋਂ ਕਾਲਜ ਲੀਵ ਹੋਈ, ਯੂਨੀਵਰਸਿਟੀ ਗਏ, ਪਰਫਾਰਮਿੰਗ ਆਰਟਸ ਕੀਤਾ, ਮਿਊਜ਼ੀਕਲ ਥੀਏਟਰ ਵੀ ਕੀਤਾ, ਡਰਾਮਾ ਕੀਤਾ, ਸਿੱਖਿਆ, ਭੰਗੜੇ ਟੀਮਾਂ ਗਏ, ਨੱਚਦਾ ਸੰਸਾਰ, ਜੋਇਨ ਨੱਚਦਾ ਸੰਸਾਰ, ਸਪੈਂਟ ਕਪਲ ਈਅਰਸ ਨੱਚਦਾ ਸੰਸਾਰ। ਫਿਰ ਮੈਂ ਸੋਲੋ ਚਲ ਗਿਆ। ਫਿਰ ਮੈਂ ਸੋਚਿਆ, ਕਿਸੇ ਨੇ ਮੈਨੂੰ ਕਿਹਾ ਵੀ ਸਵਨ ਯੂ ਕੈਨ ਟੀਚ ਇਨ ਸਕੂਲਸ, ਡਡਲੀ ਪਰਫਾਰਮਿੰਗ ਆਰਟਸ, ਮੈਗੀ ਲੂਇਸ ਟੀਚਰ, ਫੈਂਟੈਸਟਿਕ ਟੀਚਰ, ਉਹ ਟੱਪ ਡਾਂਸਿੰਗ ਕਰਦੇ ਸੀਗੇ, ਜੈਜ਼ ਕਰਦੇ ਸੀਗੇ, ਉਹਨੇ ਮੈਨੂੰ ਮੋਹਰੇ ਲਿਆਂਦਾ ਵੀ ਤੁਸੀਂ ਬੱਚੇ ਨੂੰ ਸਿਖਾ ਲਓ। ਇੱਥੇ ਸੀ ਚੇਂਜ 2000 ਦੇ ਵਿੱਚ ਚੇਂਜ ਆ ਗਈ। ਮੈਂ ਸੋਚਿਆ ਵੀ ਕੋਈ ਕੁਛ ਹੈ ਨਹੀਂ, ਕੋਈ ਪ੍ਰੋਜੈਕਟ ਹੈ ਨਹੀਂ, ਕੋਈ ਥੀਮ ਹੈ ਨਹੀਂ ਬੱਚਿਆਂ ਵਾਸਤੇ। ਸੋ ਮੈਂ ਸ਼ੁਰੂ ਕੀਤਾ ਭੰਗੜਾ ਥਾਟਸ। ਭੰਗੜਾ ਥਾਟਸ ਦਾ ਮੀਨਿੰਗ ਭੰਗੜਾ ਛੋਟੇ ਬੱਚਿਆਂ ਵਾਸਤੇ, ਭੰਗੜਾ ਟੋਟਲਸ ਜੋ ਕਿ 5 ਸਾਲ ਤੋਂ ਛੋਟੇ ਆ ਨਾ। ਹਾਂਜੀ, ਪਲੇ ਸਕੀਮ ਕੀਤੀਆਂ, ਲਾਇਬ੍ਰੇਰੀਜ਼ ਵਿੱਚ ਭੰਗੜੇ ਪਾਏ ਉਹਨਾਂ ਵਾਸਤੇ। ਜਿਹੜਾ ਭੰਗੜਾ ਅਸੀਂ ਸਿੱਖਿਆ ਸੀਗਾ ਵਿਆਹ ਸ਼ਾਦੀ 'ਤੇ ਪੈਂਦਾ ਸੀਗਾ, ਠੀਕ ਆ, ਉਹ ਕਨੈਕਟ ਹੁੰਦਾ ਸਾਰਿਆਂ ਵਾਸਤੇ, ਪਰ ਨਥਿੰਗ ਵਾਸ ਕਨੈਕਟਿੰਗ ਵਿਦ ਦ ਬੱਚੇ। ਓਕੇ। ਸੋ ਮੈਂ ਸੋਚਿਆ ਰਾਈਟ, ਭੰਗੜਾ ਕੀ ਚੀਜ਼ ਆ? ਹਾਰਵੈਸਟ ਫੈਸਟੀਵਲ, ਵਿਸਾਖੀ ਦਾ ਸਟੋਰੀ ਬਣ ਗਈ, ਫੈਂਟੈਸਟਿਕ ਸਟੋਰੀ। ਹੈਲਥੀ ਈਟਿੰਗ ਹੋ ਗਿਆ, ਐਕਸਰਸਾਈਜ਼ ਹੋ ਗਈ, ਕਹਾਣੀ ਵੀ ਹੋ ਗਈ, ਇੰਡੀਆ ਦਾ ਹੋ ਗਿਆ, ਪੰਜਾਬ ਦਾ ਹੋ ਗਿਆ, ਜੀਓਗ੍ਰਾਫੀ ਹੋ ਗਈ, ਸਾਇੰਸ ਵੀ ਹੋ ਗਿਆ ਵੀ ਕੈਸੇ ਉਹ ਪਲਾਂਟਸ ਗਰੋ ਹੁੰਦੇ ਨਾ, ਖੇਤੀਬਾੜੀ ਕਿੱਦਾਂ ਹੁੰਦੀ ਆ, ਜਾਂ ਹੋਰ ਕੋਈ ਸਟੋਰੀਆਂ ਬਣਾਉਣੀਆਂ। ਉਹਦੇ ਨਾਲ ਹੀ ਮੈਂ ਸ਼ੁਰੂ ਕਰ ਲਿਆ। ਫਿਰ ਮੈਂ ਸੋਚਿਆ, ਲੋਕਾਂ ਨੇ ਮੈਨੂੰ ਕਿਹਾ ਸਵਨ ਵੀ ਲਵ ਭੰਗੜਾ, ਸਪੈਸ਼ਲੀ ਗੋਰੇ, ਵੀ ਲਵ ਭੰਗੜਾ, ਅਸੀਂ ਬਹੁਤ ਪਸੰਦ ਕਰਦੇ ਹਾਂ, ਪਰ ਸਾਨੂੰ ਸਮਝ ਨਹੀਂ ਆਉਂਦੀ ਵਰਡਸ ਦੀ, ਤੁਸੀਂ ਕੁਝ ਕਰੋ। ਫਿਰ ਮੈਂ ਸੋਚਿਆ ਇਹਨੂੰ ਲੱਗੇ 5-10 ਸਾਲ ਹੋ ਗਏ ਤੇ ਯਾਰ ਕੁਝ ਕਰੀਏ। ਮੈਂ ਸੋਚਦਾ ਉਹ ਗੱਲ ਰਹਿ ਗਈ ਉੱਥੇ। ਨਾ ਕੋਈ ਪ੍ਰੋਡਿਊਸਰ ਮਿਲਿਆ, ਨਾ ਲਿਖਾਰੀ ਮਿਲਿਆ, ਵੀ ਕੋਈ ਲਿਖਣਾ ਵੀ ਵਰਡਸ ਕੀ ਹੋਣੇ ਆ। ਸੋ ਮੇਰੀ ਵਾਈਫ ਸ਼ੀ ਸਪੋਰਟਡ ਮੀ ਅ ਲੋਟ, ਅਰੁਣਾ, ਸ਼ੀ ਸਪੋਰਟਸ ਮੀ ਅ ਲੋਟ, ਬਿਗ ਥੈਂਕਸ ਟੂ ਹਰ। ਉਹਨੇ ਨੇ ਕਿਹਾ ਵੀ ਚਲੋ ਠੀਕ ਹੈ, ਪ੍ਰੋਜੈਕਟ ਕਰੋ ਸ਼ੁਰੂ, ਗਾਣੇ ਲਿਖੀਏ। ਸ਼ੀ ਇਜ਼ ਐਕਚੁਅਲੀ ਦ ਬੈਕਬੋਨ ਆਫ ਦ ਪ੍ਰੋਜੈਕਟ ਐਜ਼ ਵੈਲ, ਠੀਕ ਹੈ, ਬਿਕਾਜ਼ ਉਹ ਲਿਖਦੇ ਵੀ ਆ, ਮੈਂ ਵੀ ਫਿਊ ਲਾਈਨਸ ਲਿਖੀਆਂ। ਸੋ ਉਹਨੇ ਕਿਹਾ ਵੀ ਮਿਊਜ਼ਿਕ ਪ੍ਰੋਡਿਊਸਰ ਲੱਭੀਏ। ਸੋ ਮਿਊਜ਼ਿਕ ਪ੍ਰੋਡਿਊਸਰ ਲੱਭ ਲਿਆ, PKC ਦਾ ਫਰਸਟ, ਉਹਦਾ ਅਸਲੀ ਨਾਮ ਹੈਗਾ ਪਵਨ ਚੰਦ,
ਵੂਵਰਹੈਂਪਟਨ ਦੇ ਆ ਯੰਗ ਲੈਡ ਫੈਂਟੈਸਟਿਕ ਉਹਨਾਂ ਦੀ ਮੁਲਾਕਾਤ ਹੋਈ ਇੰਟਰੋਡਕਸ਼ਨ ਹੋਈ ਥਰੂ ਅਨਦਰ ਸਟੋਰੀ ਟੈਲਰ ਇਨ ਵੂਵਰਹੈਂਪਟਨ ਉਹਦਾ ਨਾਂ ਹੈ ਪੀਟਰ ਚੈਂਡ ਇੰਡੀਅਨ ਸਟੋਰੀ ਟੈਲਰ ਫੈਂਟੈਸਟਿਕ ਉਹਦਾ ਲਿੰਕ ਰਿਹਾ ਉਹ ਕਹਿੰਦੇ ਭਾਜੀ ਤੁਸੀਂ ਅਦਾ ਲਿੰਕ ਬਣਾ ਲਓ ਤਾਂ ਮਿਊਜ਼ਿਕ ਕਰੋ ਤਾਂ ਫਿਰ ਕਿਉਂ ਨਾ ਬੱਚਿਆਂ ਵਾਸਤੇ ਤੁਸੀਂ ਬਣਾਓ ਤਾਂ ਮੈਂ ਸੋਚਿਆ ਲੈਟਸ ਡੂ ਦਿਸ ਫਿਰ ਪ੍ਰੋਜੈਕਟ ਸ਼ੁਰੂ ਹੋਈ ਭੰਗੜਾ ਰਾਈ ਇੱਕ ਗਾਣਾ ਬਣ ਗਿਆ ਜਿਹਦੇ ਬੋਲ ਨੇ wave your hands ਭੰਗੜਾ in the fields let's all dance move the chickens out the way let's all come out to play dig the soil plant the seeds grow the vegetables let me see you do it all again oh season keeps repeating cycle so that cycle of harvesting that cycle of love and nature the ecosystem just repeats so ਉਹ ਗਾਣਾ ਸੀ ਪਹਿਲਾਂ ਫਿਰ ਗਾਣਾ ਬਣ ਗਿਆ ਹੋਰ ਡਾਇਨਾਸੋਰਸ ਦਾ ਕਿਉਂਕਿ ਅਸੀਂ ਪਸੰਦ ਕਰਦੇ ਡਾਇਨਾਸੋਰਸ ਗਾਣਾ ਬਣ ਗਿਆ ਜਿਹੜੀ ਅੱਜ ਵੀਡੀਓ ਨਵੀਂ ਨਿਕਲੀ ਆ ਉਹਦਾ ਵੀ ਬਣ ਗਿਆ ਫਿਰ ਪਾਇਰੇਟਸ ਉਹ ਵੀ ਨਾ ਦੱਸੋ ਹਾਊ ਡਿਡ ਯੂ ਹਾਂਜੀ ਇਹ ਹੋਇਆ ਕਿਉਂਕਿ ਮੈਨੂੰ ਬਹੁਤ ਸ਼ੌਕ ਆ ਟੈਲੀਵਿਜ਼ਨ ਦੇਖਣ ਦਾ ਇੰਸਪੀਰੇਸ਼ਨ ਲੈਣ ਦਾ ਫਰੋਮ ਐਨੀਮੇਸ਼ਨ ਕਾਰਟੂਨਸ CGI effects, special effects. I love going to the cinema sometimes. I like to read books as well. ठीक है मैं सोचा वे इनू सारा पा के जो मेरी शौक सी स्कूल दे विच आर्ट ड्राइंग ये भी इनू लैके कंप्यूटर्स लैपटॉप्स ठीक है टैब्स उन्होंने लैके डांसिंग स्टोरी टेलिंग उन्होंने बना के पेश करिए जो मैं छोटा होंदा कि मेरे डैड वुड लव टू वॉच जॉन वाइन एरल फ्लिन all these classic movies ਜਿੱਦਾਂ ਕਿ ਆਪਾਂ ਕਹਿ ਲਈਏ ਰਾਜ ਕਪੂਰ ਦੀਆਂ ਮੂਵੀ ਸ਼ਮੀ ਕਪੂਰ ਅਮਿਤਾਭ ਬੱਚਨ ਜਾਂ ਹੋਰ ਵੀ fantastic artist my dad was very much into Indian movies and also English Hollywood ਦੀਆਂ ਮੈਂ ਸੋਚਿਆ wow fantastic ਇਹਨੂੰ ਸਾਰਾ ਢਾਲ ਕੇ ਵਿੱਚ ਤਾਂ ਪ੍ਰੋਗਰਾਮ ਬਣਾਈਏ ਸੋ ਭੰਗੜਾ ਪਾਇਰੇਟਸ ਵੀ ਆ ਗਿਆ ਹਾਂਜੀ ਉਹਦੇ ਵਰਡਸ ਆ ਪਾਇਰੇਟਸ ਵੇ ਭੰਗੜਾ ਪਾਇਰੇਟਸ dancing and always sweating shiver me timbers me hearties so ਇਹ ਵੀ ਐਕਟਿੰਗ ਦਾ ਆ ਗਿਆ ਪੂਰੇ ਆ ਗਿਆ ਕਾਸਟਿਊਮਸ ਵੀ ਬਣ ਗਏ ਅੱਛਾ ਇਹ ਜਿਹੜਾ ਭੰਗੜਾ ਪੈਟਸ ਦੀ ਇਹ ਜਿਹੜੀ ਸਟੋਰੀ ਆ ਇਹ ਕਿੱਦਾਂ ਡਿਵੈਲਪ ਹੋਈ ਹਾਊ ਯੂ ਥੋਟ ਇਹ ਆਈਡੀਆ ਕਿੱਥੋਂ ਆਇਆ ਤੁਹਾਨੂੰ ਪਾਇਰੇਟਸ ਵਾਸ ਅਮੇਜ਼ਿੰਗ ਕਿਉਂਕਿ ਮੈਂ ਇੱਕ ਫੈਸਟੀਵਲ ਤੇ ਗਿਆ ਇੱਥੇ ਸ਼ਰਪਸ਼ੀਰ ਵਿੱਚ ਫੈਸਟੀਵਲ ਤੇ ਗਿਆ ਤਾਂ ਉਹ ਵੀ ਮੇਰੇ ਫਰੈਂਡ ਨੇ ਆਰਗੇਨਾਈਜ਼ ਕੀਤਾ ਸੀਗਾ ਸਟੋਰੀ ਟੈਲਿੰਗ ਫੈਸਟੀਵਲ ਦੀ ਐਜ ਜੇ ਪੀਟਰ ਨੇ ਬਣਾਇਆ ਸੀਗਾ ਫੈਸਟੀਵਲ ਉੱਥੇ ਮੈਂ ਦੇਖਿਆ ਪਾਇਰੇਟਸ ਪਰਫਾਰਮ ਕਰਦੇ ਸੀਗੇ ਉਹ ਬੱਚੇ ਨੂੰ ਕਹਾਣੀ ਸਿਖਾਉਂਦੇ ਸੀਗੇ ਮੈਂ ਉੱਥੇ ਗਿਆ ਭੰਗੜੇ ਦੀ ਵਰਦੀ ਪਾ ਕੇ ਭੰਗੜਾ ਵਰਕਸ਼ਾਪ ਕਰਨ ਜਾਂ ਭੰਗੜਾ ਪਰਫਾਰਮੈਂਸ ਪੇਸ਼ ਕਰਨ ਉਹ ਪਾਇਰੇਟਸ ਨੇ ਮੈਂ ਉਹਨਾਂ ਨੂੰ ਦੇਖਿਆ ਉਹ ਬੱਚਿਆਂ ਦੇ ਨਾਲ ਬਹੁਤ ਹੱਸਮੁਖ ਕਿੱਦਾਂ ਬਹੁਤ ਜੋਕ ਬਣਾਉਂਦੇ ਸੀਗੇ ਉਹਨੇ ਇੱਕ ਮੂਵਮੈਂਟ ਕੀਤਾ ਅੱਧਾ ਉਹਨਾਂ ਦੀ ਮੂਵਮੈਂਟ ਸੀ ਨਾ ਤਾਂ ਉਹ ਕਹਿੰਦੇ ਸ਼ੈਪ ਇੱਧਰ ਨੂੰ ਚਲ ਗਿਆ ਤਾਂ ਸ਼ੈਪ ਇੱਧਰ ਨੂੰ ਚਲ ਗਿਆ ਮੈਂ ਇੱਕਦਮ ਦੇਖਿਆ ਵੀ ਇਹ ਮੂਵਮੈਂਟ ਫੈਂਟੈਸਟਿਕ ਮੈਂ ਫਿਰ ਸੋਚਿਆ ਪਾਇਰੇਟਸ ਮੈਂ ਆਪਣੇ ਦਿਮਾਗ 'ਚ ਸੋਚਿਆ ਪਾਇਰੇਟਸ ਮੈਂ ਅੱਧਾ ਕਰਕੇ ਨਾ ਮੈਂ ਅੱਧਾ ਮਾੜਾ ਜਿਹਾ ਟਿਲਟ ਹੋ ਕੇ ਅੱਧਾ ਮੁੰਡੇ ਹਿਲਾ ਕੇ ਫਿਰ ਅੱਧਾ ਉਹ ਮੇਰੇ ਮੂਵਮੈਂਟ ਮੇਰੇ ਦਿਮਾਗ ਵਿੱਚ ਚੱਲ ਗਈ ਤਾਂ ਫਿਰ 3 ਸਾਲ ਬਾਅਦ ਇਹਨੂੰ ਮੈਂ ਡਿਵੈਲਪ ਕੀਤਾ ਮੈਂ ਸੋਚਿਆ ਵੀ ਵਾਈ ਨਾਟ ਡਿਵੈਲਪ ਅ ਕੈਰੈਕਟਰ ਭੰਗੜਾ ਪਾਇਰੇਟ ਕਿਉਂ ਨਾ ਕਿਉਂਕਿ with East India link something different why not link this together and ਬੱਚੇ like pirates ਕਿਉਂਕਿ ਮੇਰੀ ਬੈਕਗ੍ਰਾਉਂਡ ਵੀ ਐਕਟਿੰਗ ਦੇ ਵਿੱਚ ਆ performance ਵਿੱਚ ਆ ਮਿਊਜ਼ੀਕਲ ਥੀਏਟਰ ਦੇ ਵਿੱਚ ਆ so I thought let's produce something for the children ਕਿਉਂਕਿ ਜਦੋਂ ਮੈਂ performance ਵੀ ਦਿੰਦਾ ਆ ਮੈਂ ਕੋਸ਼ਿਸ਼ ਕਰਦਾ ਵੀ ਮੈਂ ਆਵਾਜ਼ oh hello everybody how are you ਮੈਂ ਲਾਈਟ ਰੱਖਾਂ ਜਾਂ ਹੈਵੀ ਰੱਖਾਂ ਉਹ ਬੱਲੇ ਬੱਲੇ ਸੋ ਮੈਂ ਸੋਚਿਆ ਬੱਲੇ ਬੱਲੇ ਜੋ ਪੰਜਾਬੀ ਵਿੱਚ ਜੋ ਬੜਕਾ ਮਾਰਦੇ ਆ ਉਹ ਵੀ ਸਿਮਿਲਰ ਆ ਜਿੱਦਾਂ
ਇੱਦਾਂ ਹੈ ਨਾ, ਜੋ ਸਾਡਾ ਸਟਰਕਚਰ ਵੀ ਹੈ ਨਾ ਇੱਦਾਂ ਮੁੰਡੇ ਇੱਦਾਂ ਕਰਕੇ ਤਾਂ ਮੁੱਛ ਨੂੰ ਇੱਦਾਂ ਕਰਕੇ ਮੈਂ ਸੋਚਿਆ ਪਾਇਰੇਟਸ ਦਾ ਲਿੰਕ ਹੈਗਾ, ਸੋ ਮੈਂ ਉਹ ਲੱਭ ਲਿਆ, ਮੈਂ ਆਪਣੇ ਆਪ ਨੂੰ ਅੰਦਾਜ਼ ਦੇ ਵਿੱਚ ਮੈਂ ਬਣਾ ਲਿਆ। ਸੋ ਆਈ ਥੋਟ ਵਾਈ ਨਾਟ ਹੈਵ ਅ ਕੈਰੈਕਟਰ ਠੀਕ ਹੈ। ਪਾਇਰੇਟਸ, ਉਹਦੇ 'ਤੇ ਭੰਗੜੇ ਦੀ ਮੂਵਮੈਂਟਸ ਵੀ ਮੈਂ ਆਪ ਹੀ ਮਤਲਬ ਬਣਾਏ, ਜਿੱਦਾਂ ਸੋਟੀਆਂ ਦੇ ਨਾਲ ਜਾਂ ਵਟਐਵਰ। ਸੋ ਆਈ ਥੋਟ ਟੂ ਮਾਈ ਸੈਲਫ ਇਹਨੂੰ ਡਿਵੈਲਪ ਕਰੀਏ। ਉਹ ਭੰਗੜਾ ਪਾਇਰੇਟਸ ਦਾ ਗਾਣਾ ਬਣ ਗਿਆ, ਉਹ ਵੀ ਕਾਫੀ ਮਸ਼ਹੂਰ ਹੋ ਗਿਆ। ਸੋ ਬਹੁਤ ਕੁਛ ਫੈਸਟੀਵਲਸ ਦੇ ਕੀਤੇ, ਠੀਕ, ਇੰਟਰਨੈਸ਼ਨਲ ਮਤਲਬ ਫੈਸਟੀਵਲਸ ਜਿੱਥੇ ਗੋਰਿਆਂ ਦੇ ਬੈਂਡਸ ਆਉਂਦੇ ਆ, ਰੌਕ ਮਿਊਜ਼ਿਕ ਵਜਾਉਂਦੇ ਆ, ਪੌਪ ਮਿਊਜ਼ਿਕ ਵਜਾਉਂਦੇ ਆ। ਪਰ ਮੈਂ ਨਾ ਇੱਕ ਫੈਸਟੀਵਲ 'ਤੇ ਗਿਆ ਯੋਰਕਸ਼ਾਇਰ में ਉਹ ਮੇਰੀ ਫਸਟ ਟਾਈਮ ਸ਼ੋਅ ਸੀਗੀ, ਮੈਂ ਕੀਤੀ ਉੱਥੇ ਬਿਗ ਸਟੇਜ, ਉਹਨੀ ਸਟੇਜ ਬਣਾ ਕੇ ਇਹ ਵੱਡਾ ਸ਼ਿਪ, ਵਾਹ ਅਮੇਜ਼ਿੰਗ। ਮੈਂ ਹੈਰਾਨ ਹੋ ਗਿਆ, ਜਿੱਦਾਂ ਕਿੱਦਾਂ ਹਾਲੀਵੁੱਡ ਦੀ ਕੋਈ ਸੈਟਿੰਗ ਹੁੰਦੀ ਆ। ਭੰਗੜਾ ਪਾਇਰੇਟਸ ਦਾ ਕਾਸਟਿਊਮ ਲੋਕਾਂ ਨੇ ਬਹੁਤ ਪਸੰਦ ਕੀਤਾ, ਬਿਕਾਜ਼ ਜੋਕਸ ਵੀ ਗਏ ਸੀ, ਭੰਗੜਾ ਕਵਰ ਕੀਤਾ, ਥੋੜ੍ਹਾ ਜਿਹਾ ਬਾਲੀਵੁੱਡ ਵੀ ਹੋ ਗਿਆ, ਬ੍ਰਿਟਿਸ਼ ਵੀ ਹੋ ਗਿਆ, ਸਾਰਾ ਕੁਝ ਹੋ ਗਿਆ ਉਹਦੇ ਨਾਲ ਮਿਲ ਕੇ। ਓਕੇ, ਅੱਛਾ, ਜਿਹੜੀ ਤੁਹਾਡੀ ਜਿਹੜੀ ਭੰਗੜੇ ਦੀ ਪਰਫਾਰਮੈਂਸ ਹੁੰਦੀ ਆ, ਹਾਂਜੀ, ਉਹਦੇ ਵਿੱਚ ਚਾਹੇ ਤੁਸੀਂ ਸਟੇਜ 'ਤੇ ਭੰਗੜਾ ਪਾਓ, ਚਾਹੇ ਤੁਸੀਂ ਵਿਆਹਾਂ ਸ਼ਾਦੀਆਂ 'ਤੇ ਭੰਗੜਾ ਪਾਓ, ਉਹਦੇ ਵਿੱਚ ਇੱਕ ਤਾਂ ਫਿਜ਼ੀਕਲ ਬਹੁਤ ਜ਼ਰੂਰੀ ਆ, ਦੂਜੀ ਗੱਲ ਲੋਕਾਂ ਵਿੱਚ ਅਪਰੀਸ਼ੀਏਸ਼ਨ ਮਿਲਦੀ ਆ ਵੀ ਲੋਕਾਂ ਬਹੁਤ ਵਧੀਆ ਭੰਗੜਾ ਪਾਓ, ਤੁਹਾਡੇ ਨਾਲ ਭੰਗੜਾ ਪਾਉਂਦੇ ਆ। ਜਿਹੜੀ ਤੁਹਾਡੀ ਗਾਇਕੀ ਆ, ਜਿਹੜੀ ਤੁਸੀਂ ਮਿਊਜ਼ੀਕਲ ਆਈਟਮਾਂ ਪੇਸ਼ ਕਰਦੇ ਆ, ਇਹਦੀ ਰਿਸਪੌਂਸ ਕਿਹੋ ਜਿਹੀ ਮਿਲਦੀ ਤੁਹਾਨੂੰ ਲੋਕਾਂ ਕੋਲ? ਜਿੱਦਾਂ ਤੁਸੀਂ ਰਿਕਾਰਡਿੰਗ ਕੀਤੀ ਆ, ਐਲਬਮ ਬਾਹਰ ਕੱਢਿਆ, ਉਹਦੀ ਰਿਸਪੌਂਸ ਕਿਹੋ ਜਿਹੀ ਰਹੀ ਆਪਣੇ ਜਿਹੜੇ ਪੰਜਾਬੀ ਲੋਕ ਆ? ਹਾਊ ਡੂ ਦੇ ਲੁੱਕ ਇਨਟੂ ਯੋਰ ਐਲਬਮਸ? I think they're blown away, to be honest. They appreciate. Okay. Appreciate. ਬਹੁਤ appreciate, ਬਹੁਤ ਪਿਆਰ ਮਿਲਿਆ, ਥੈਂਕ ਯੂ ਵੈਰੀ ਮੱਚ। ਪਰ ਇਹ ਨਹੀਂ ਵੀ ਸਾਰਿਆਂ ਨੂੰ ਪਤਾ, ਬਹੁਤਾਂ ਨੂੰ ਕਈ ਨਹੀਂ ਪਤਾ ਵੀ ਇੱਦਾਂ ਦੀ ਆਈਟਮ ਵੀ, ਕਿਉਂਕਿ ਕਈਆਂ ਨੂੰ ਨਹੀਂ ਪਤਾ, ਦੈਟਸ ਵਾਈ ਵੀ ਹੈ। ਹਾਂਜੀ, ਦੈਟਸ ਦ ਹੋਲ ਰੀਜ਼ਨ ਵੀ ਅਸੀਂ ਸੋ ਇਟਸ ਵਨ ਵੇ ਆਫ ਲੈਟਿੰਗ ਪੀਪਲ ਨੋ। ਹਾਂਜੀ, ਦੈਟਸ ਰਾਈਟ, ਇਨ ਫਰੰਟ ਆਫ ਦ ਵਿਊਅਰਸ ਐਂਡ ਸਰੋਤਿਆਂ ਨੂੰ ਪਤਾ ਲੱਗੇ ਵੀ ਨਵੀਂ ਆਈਟਮ ਵੀ ਪੇਸ਼ ਕੀਤੀ ਆ ਬੱਚਿਆਂ ਵਾਸਤੇ, ਬਟ ਆਲਸੋ ਤੁਸੀਂ ਬਜ਼ੁਰਗ ਵਾਸਤੇ ਵੀ, ਤੁਸੀਂ ਮੰਮੀ ਡੈਡੀ ਜੋ ਵੀ ਹੈ ਤੁਹਾਡੇ ਘਰ, ਤੁਸੀਂ ਸਾਰੇ ਜਾਣੇ ਰਲ ਮਿਲ ਕੇ ਬੈਠ ਕੇ ਸੁਣ ਸਕਦੇ ਆ, ਦੇਖ ਸਕਦੇ ਆ। ਅੱਛਾ, ਮੈਂ ਤੁਹਾਨੂੰ ਐਕਟ ਕਰਦਿਆਂ ਦੇਖਦਾ, ਮੈਂ ਤੁਹਾਨੂੰ ਮਿਊਜ਼ੀਕਲ ਜਿਹੜੀ ਮੂਵ ਕਰਦਿਆਂ ਦੇਖਦਾ, ਤੁਸੀਂ ਠੀਕ ਹੋ, ਪਰ ਇਹ ਤੁਸੀਂ ਗਾਉਣਾ ਵੀ ਸਿੱਖਿਆ ਜਾਂ ਇਹ ਤੁਸੀਂ ਆਪ ਇਹ ਸੈਲਫ ਡਿਵੈਲਪਮੈਂਟ ਹੈ? ਹਾਂਜੀ, ਕਿਉਂਕਿ ਮੇਰਾ ਸ਼ੌਕ ਸੀਗਾ ਮੂਵਮੈਂਟ ਦਾ। I was always moving around. I would never sit still. Even to this day, I'm always pacing up and down. Very strong. I'm dancing inside my. Even when I'm sitting here, my mind is dancing. My whole body is dancing actually. ਜਿਹੜਾ ਗਾਉਣ ਦਾ ਸੀਗਾ, ਮੈਂ ਆਪਣੇ ਆਪ ਨੂੰ ਕਹਿ ਨਹੀਂ ਸਕਦਾ ਵੀ ਕੋਈ I'm a singer. I'm not really a singer. The singing passion ਜਿਹੜੀ ਆਈ ਆ through movement. Okay. ਭੰਗੜੇ ਦੇ ਦੌਰ ਤੇ through ਭੰਗੜਾ, ਕਿਉਂਕਿ ਮੈਨੂੰ ਲੱਗਾ ਕੋਈ ਹੋਰ ਹੈ ਹੀ ਨਹੀਂ ਜੋ ਬੱਚਿਆਂ ਵਾਸਤੇ ਕੋਈ ਬਣਾਉਂਦਾ ਆ ਚੀਜ਼, ਪ੍ਰੋਜੈਕਟ ਕਰਦੇ। ਸੋ ਮੈਂ ਸੋਚਿਆ ਵੀ ਆਪ ਹੀ ਕਰੀਏ, ਕੋਸ਼ਿਸ਼ ਕਰੀਏ। ਗ੍ਰੇਟ ਐਫਰਟ। ਹਾਂਜੀ, ਕਿਉਂਕਿ ਜਦੋਂ ਭੰਗੜਾ ਅਸੀਂ ਸਿੱਖਦੇ ਸੀਗੇ ਜਾਂ ਪਾਉਂਦੇ ਸੀਗੇ, ਪੇਸ਼ ਕਰਦੇ ਸੀਗੇ, ਸਾਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਬੋਲੀਆਂ ਦੇ ਨਾਲ, ਕੋਰਸ ਦੇ ਨਾਲ ਗਾਉਣਾ ਵੀ ਆ। ਹੋਏ ਹੋਏ ਹੜੀਪਾ ਚੱਕ ਦੇ ਫਟੇ ਬੁਰਾ, ਇਹ ਜ਼ਰੂਰੀ ਜਦੋਂ ਵੀ ਟਾਈਮ ਦੇ ਹਿਸਾਬ ਨਾਲ, ਰਿਦਮ ਦੇ ਹਿਸਾਬ ਨਾਲ, ਯੂ ਹੈਵ ਟੂ ਸੇ ਥੀਸ ਵੰਡਰਫੁਲ ਵਰਡਸ। ਚੱਕ ਦੇ ਫੱਟੇ ਧਰਤੀ ਪੱਟਦੇ ਹੋ, ਹੈ ਨਾ। ਹਾਂ, ਇਜ਼ ਦੈਟ ਦੀ ਰੀਜ਼ਨ ਜਿਹੜੀ ਪੰਜਾਬੀ ਗਾਇਕੀ ਆ? ਹਾਂਜੀ, ਮੈਂ ਇਸ ਕਰਕੇ ਬਚਪਨ 'ਚ ਅੰਗਰੇਜ਼ੀ ਬੋਲਦਾ ਤਾਂ ਮੈਨੂੰ ਪਤਾ ਕਿ ਹਾਂਜੀ ਮੈਂ ਫਾਈਂਡ ਡਿਫੀਕਲਟ। ਹਾਂਜੀ, ਜਿਹੜੇ ਪੰਜਾਬੀ ਗਾਇਕ ਆ, ਫੋਕ ਸਿੰਗਰ ਜਿਹੜੇ ਹੈਗੇ ਆ, ਥੋੜ੍ਹੇ ਸਿੰਗਰ ਆ, ਹਾਂਜੀ, ਯੂ ਕੈਨ ਕਾਊਂਟ ਦੈਮ ਔਨ ਦ ਫਿੰਗਰਸ, ਜਿਹੜੇ ਸਿੱਖ ਕੇ ਮਿਊਜ਼ਿਕ ਬਾਹਰ ਆਏ, ਜਿਹਨਾਂ ਨੂੰ ਐਕਚੁਅਲੀ ਗਾਇਕੀ ਦੀ ਨੌਲੇਜ ਹੈਗੀ ਆ। ਜ਼ਿਆਦਾ ਤੌਰ 'ਤੇ ਉਹ ਭੰਗੜੇ ਦੇ ਟੀਮਾਂ ਵਿੱਚੋਂ ਨਿਕਲੇ ਆ, ਚਾਹੇ ਉਹ ਇੰਗਲੈਂਡ ਹੋਵੇ, ਚਾਹੇ ਇੰਡੀਆ ਹੋਵੇ। ਤੁਸੀਂ ਮਲਕੀਤ ਸਿੰਘ ਲਾ ਲਓ, ਹੰਸ ਲਾ ਲਓ, ਜਾਂ ਚੰਨੀ ਬਾਈ ਲਾ ਲਓ, ਹੋਰ ਬਹੁਤ ਸਾਰੇ ਸਿੰਗਰ ਆ ਕੈਨ ਕਾਊਂਟ। ਪਰ ਜਿਹੜਾ ਹੰਸ ਸਾਹਿਬ ਸੀਗਾ, ਉਹਨੇ ਪ੍ਰੋਫੈਸ਼ਨਲੀ ਸਿੱਖਿਆ ਵੀ। ਸਦੂ ਸਿਕੰਦਰ ਹੋ ਗਿਆ, ਉਹਨਾਂ ਨੇ ਸਿੱਖਿਆ, ਉਹ ਮਤਲਬ ਸਭ ਕੁਛ ਉਹਨਾਂ ਦਾ ਮਿਊਜ਼ਿਕ ਇਨਸਾਈਡ ਹੈ ਗਾਇਕੀ। ਤੇ ਹੁਣ ਹੰਸ ਸਾਹਿਬ ਭੰਗੜਾ ਨਹੀਂ ਪਾ ਸਕਿਆ, ਨਾ ਉਹਨੂੰ ਵਿਚਾਰੇ ਆਉਂਦਾ ਸੀ, ਉਹ ਆਪੇ ਕਹਿੰਦਾ ਮੈਨੂੰ ਨਹੀਂ ਆਉਂਦਾ ਕੰਮ ਇਹ, ਜਿੱਦਾਂ ਲੋਕ ਕਹਿੰਦੇ ਮੁੱਦਾ ਸਰ ਹਲਾਨ ਨਾ। ਜਿਹੜੇ
ਇੰਗਲੈਂਡ ਵਿੱਚ ਭੰਗੜੇ ਵਾਲਿਆ ਇਹਨਾਂ ਵਿੱਚ ਜਿਹੜੇ ਗਾਇਕ ਘੱਟ ਨਿਕਲੇ ਆ। ਹਾਂਜੀ। ਹਾਲੇ ਸਾਊਥ ਹਾਲ ਵੱਲ ਉੱਥੋਂ ਜਿੱਦਾਂ ਆਪਣੇ ਕੀ ਉਹ ਨਾਂ ਉਹਨਾਂ ਦਾ ਜੌਲ ਪ੍ਰੇਮੀ ਜੌਲ ਉਹ ਉਹ ਫੈਂਟੈਸਟਿਕ ਹੈਗੇ ਆ ਤੇ ਹੀਰਾ ਗਰੁੱਪ ਵਾਲੇ ਦੋਨੇ ਧਾਮੀ ਕੁਮਾਰ ਵਾਹ ਕੀ ਬਾਤ ਹੈ। ਉਹ ਦੋਨੇ ਹੀ, Amazing। ਕਿਉਂਕਿ ਪਹਿਲਾਂ ਜਿਹੜੇ ਇਹ 3-4 ਹੁੰਦੇ ਸੀਗੇ ਟਾਊਨ, ਹਾਂਜੀ ਬਰਮਿੰਗਮ ਤਿਰੰਗਾ ਗਰੁੱਪ ਹੁੰਦਾ ਸੀਗਾ ਤੇ ਸਾਊਥ ਹਾਲ ਹੁੰਦਾ ਸੀਗਾ ਗ੍ਰੇਟ ਇੰਡੀਅਨ ਡਾਂਸਸ ਹਾਂਜੀ ਤੇ ਗ੍ਰੇਵਜ਼ੈਂਟ ਹੁੰਦਾ ਸੀਗਾ ਜੁਗਨੂ ਗਰੁੱਪ ਹਾਂਜੀ ਤੇ ਵੋਸਰ ਹੁੰਦਾ ਸੀਗਾ ਦੀਵਾਨਾ। ਇਹ ਸੀਗੇ ਤੇ ਇੱਕ ਪੰਜਾਬ ਗਰੁੱਪ ਹੁੰਦਾ ਸੀ ਬਣਾਉਟ ਵਿੱਚ ਜਿਹੜੀ ਉਹ ਸਾਡੇ ਬਹੁਤ ਦੋਸਤ ਸੀਗੇ ਸੀ ਉਸ ਲਈ ਉਹਨਾਂ ਨੇ ਵੀ ਬਹੁਤ ਇੰਟਰਨੈਸ਼ਨਲ ਲੈਵਲ ਤੇ ਉਹ ਬਹੁਤ ਉਹਨੇ ਟਰੈਵਲ ਕੀਤਾ। ਹਾਂਜੀ ਤੇ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਭੰਗੜੇ ਵਾਲੇ ਹੈਗੇ ਆ ਉਹਨਾਂ ਵਿੱਚੋਂ ਕੋਈ ਸਿੰਗਰ ਘੱਟ ਨਿਕਲਦੇ ਅੱਜ ਕੱਲ੍ਹ। ਇਹਦਾ ਕੀ ਕਾਰਨ ਵਾਟ ਦੀ ਰੀਜ਼ਨ ਯੂ ਥਿੰਕ? ਵਾਓ, ਮੇਰਾ ਖਿਆਲ ਜਿਹੜਾ ਫੈਸ਼ਨ ਹੁੰਦਾ ਨਾ, ਮਾਹੌਲ ਹੁੰਦਾ ਪਹਿਲਾਂ ਜਿਹੜੀ ਦੌੜ ਸੀਗੀ ਨੱਠ ਭੱਜ, ਐਵਰੀਬਡੀ ਵਾਂਟਡ ਟੂ ਬੀ ਅ ਡਾਂਸਰ। ਨੈਕਸਟ ਪੋਜੀਸ਼ਨ ਹੁੰਦੀ ਸੀ ਚਿਮਟੇ ਦੀ, ਕੰਪੀਟੀਸ਼ਨ ਹੁੰਦੀ ਸੀ ਨਾ, ਡਾਂਸਰ ਬਣਨਾ ਉਹ ਚਮਟਾ ਘਮਾਉਣ ਦੀ। ਹਾਂਜੀ ਜਾਂ ਕੋਸ਼ਿਸ਼ ਵਜਾਉਣ ਦੀ ਹੈ ਨਾ ਚਮਟਾ ਦਾ। ਤਾਂ ਫਿਰ ਜਿਹੜੇ ਬੱਚੇ ਸੀਗੇ ਉਹ ਢੋਲ 'ਤੇ ਆ ਗਏ ਕਿਉਂਕਿ the DJs became very popular। ਕੋਈ ਚਾਹੁੰਦਾ ਸੀ ਡਾਂਸ ਕਰਨਾ, ਢੋਲ। ਮੇਰੇ ਹਰ ਘਰ ਵਿੱਚ 2-3 ਢੋਲੀ ਹੈਗੇ ਆ। ਹਾਂਜੀ ਹੁਣ ਮੈਨੂੰ ਲੱਗਦਾ ਵੀ ਉਹ ਟਰਨ ਹੋ ਗਿਆ, ਸਾਰੇ they want to become dancers, which is fantastic, keeps you fit and healthy। ਸਿੰਗਰ ਵਾਸਤੇ ਇਹ ਤਾਂ ਮੈਂ ਪਤਾ ਨਹੀਂ ਕਿਆ ਹੁਆ, ਕਿਉਂਕਿ ਜਿਉਂ ਹੰਸਰਾਜ ਫੀਲਡ 'ਚ ਆਇਆ ਹਾਂਜੀ ਉਦੋਂ ਬਾਅਦ 'ਚ ਸਾਰੇ ਉਸ ਵੇਲੇ ਸਾਰੇ ਗਾਉਣ ਵਾਲੇ ਸਿੱਖਣ ਵੱਲ ਹੋ ਗਏ। ਜਿੱਦਾਂ ਸਾਬਰਕੋਟੀ ਹੋ ਗਿਆ, ਸਲੀਮ ਹੁਣ ਤਾਂ ਨਿਆਣੇ ਸੀ ਉਸ ਵੇਲੇ, ਤੇ ਸਰਦੂਰ ਵੀ ਨਾਲ ਹੀ ਆ ਗਿਆ ਬਾਹਰ, ਤੇ ਆਪਣੇ ਗੁਰਦਾਸ ਮਾਨ ਵੀ ਨਾਲ ਇਹ ਤਕਰੀਬਨ ਇੱਕ ਹੀ ਟਾਈਮ 'ਤੇ ਸਾਰੇ ਬਾਹਰ ਆ। ਉਹ ਸਾਰੇ ਬੰਦੇ ਇੱਕ ਦੂਜੇ ਤੋਂ ਚੜ੍ਹਦੇ ਸੀ। ਉਹ ਇੱਕ ਦੌਰ ਸੀ ਪੰਜਾਬੀ ਗਾਇਕੀ ਦਾ ਸੁਨਹਿਰੀ ਦੌਰ ਆਪਾਂ ਕਹਿ ਸਕਦੇ, ਗੋਲਡਨ ਟਾਈਮ ਆਫ ਮਿਊਜ਼ਿਕ, ਪੰਜਾਬੀ ਮਿਊਜ਼ਿਕ ਇਨ ਪਰਟੀਕੂਲਰ। ਉਦੋਂ ਪਹਿਲਾਂ ਜਿਹੜੇ ਸੀਗੇ, ਜਿਹੜੇ ਸਾਡੇ ਟਾਈਮ ਦੇ ਜਿਹੜੇ ਸਿੰਗਰ ਸੀਗੇ, ਉਹਨਾਂ ਵਿੱਚੋਂ ਸਿੱਖਿਆ ਕੋਈ ਨਹੀਂ ਸੀ, ਪਰ ਸ਼ੌਕ ਬਹੁਤ ਸੀਗਾ। ਸ਼ੌਕ ਇਨਸਾਈਡ ਸੀ ਉਹਨਾਂ ਦੇ। ਉਹਨਾਂ ਨੇ ਜਿਹੜੇ ਉਦੋਂ ਪਹਿਲਾਂ ਸਿੰਗਰ ਸੀ ਉਹਨਾਂ ਨੂੰ ਸੁਣ ਕੇ ਅਸੀਂ ਸਾਰੇ ਇੱਦਾਂ ਹੀ ਆਏ ਹਾਂ। ਪਹਿਲਿਆਂ ਨੂੰ ਸੁਣ ਕੇ ਉਹੀ ਗਾਣੇ ਗਾਉਣੇ ਜਿਹੜੇ ਉਹਨੇ ਗਾਏ ਹੋਏ ਸੀਗੇ, ਇੱਦਾਂ ਡਿਵੈਲਪ ਹੋਇਆ। ਤੇ ਕਿ ਹੌਲੀ ਹੌਲੀ ਫਿਰ ਜਿਹੜੇ ਸਿੰਗਰ ਆ ਉਹ ਇੱਥੇ ਸਾਨੂੰ ਸਿਖਾ ਲਿਆ ਕਿਸੇ ਨੇ ਨਹੀਂ, ਸਾਡੀ ਆਪਣੀ ਮਿਹਨਤ ਸੀ। ਜਿੰਨੇ ਵੀ 60 ਦੇ ਵਿੱਚ ਗਾਉਣ ਲੱਗੇ ਆ ਬੰਦੇ, ਉਹਨਾਂ ਦੀ ਆਪਣੀ ਮਿਹਨਤ ਹੀ ਸੀਗੀ। ਕਿਉਂਕਿ ਇੱਥੇ ਕੋਈ ਉਸਤਾਦ ਨਹੀਂ ਸੀ। ਜੇ ਕੋਈ ਆਉਂਦਾ ਸੀ ਤਾਂ ਉਹਨੂੰ ਕਹਿਣਾ, ਤਾਂ ਉਹਨੂੰ ਵਿਚਾਰ ਨੂੰ ਆਪ ਨਹੀਂ ਸੀ ਆਉਂਦਾ ਉਸ ਵੇਲੇ, ਟਾਈਮ ਨਹੀਂ ਸੀ। ਜੇ ਕੋਈ ਸਿੱਖਿਆ ਆ ਵੀ ਗਿਆ ਤਾਂ ਉਹਨੂੰ ਕਹਿਣਾ ਵੀ ਆਇਆ 4 ਪੈਸੇ ਬਣਾ, ਤਾਂ ਉਹਨੂੰ ਸਿਖਾਉਣਾ ਕੁਛ ਨਹੀਂ। ਇੱਦਾਂ ਬਹੁਤ ਹੋਇਆ। ਅੱਜ ਕੱਲ੍ਹ ਜਿਹੜਾ ਦੌਰ ਹੋ ਗਿਆ, ਹੁਣ ਤੁਸੀਂ ਬਹੁਤ ਕੁਛ ਸਿੱਖ ਸਕਦੇ ਆ ਇੰਟਰਨੈਟ ਤੋਂ। ਮੀਡੀਆ 'ਤੇ ਇੰਨਾ ਕੁਛ ਆ ਗਿਆ। ਤੁਸੀਂ ਅਗਰ ਕੋਈ ਰਾਗ ਸਿੱਖਣਾ, ਕੋਈ ਤੁਸੀਂ ਬੰਦਸ਼ ਸਿੱਖਣੀ ਆ, ਈਵਨ ਜੇ ਤੁਸੀਂ ਇਹ ਕਹਿੰਦੇ ਆ ਵੀ ਫਲਾਣੇ ਨੇ ਉਹ ਗਾਣਾ ਗਾ ਮੈਨੂੰ ਬਹੁਤ ਪਸੰਦ ਆ, ਉਹ ਕਿੱਦਾਂ ਵਜਾਉਣਾ ਬਾਜੇ 'ਤੇ, ਉਹ ਲਿਖਿਆ ਮਿਲ ਜਾਂਦਾ ਤੁਹਾਨੂੰ। ਤੁਸੀਂ ਉਹ ਸੁਰਾਂ ਨੂੰ ਲੈ ਕੇ ਤੁਸੀਂ ਸਿੱਖ ਸਕਦੇ ਆ। ਅੱਛਾ, ਤੁਸੀਂ ਆਪਣੇ ਜਿਹੜਾ ਤੁਹਾਡਾ ਕੰਮ ਆ, ਇਹਦੇ ਵਿੱਚ ਵਧੀਆ ਚੀਜ਼ ਕੀ ਆ? ਵਾਓ, ਵਧੀਆ ਚੀਜ਼ ਲੋਕਾਂ ਨੂੰ ਖੁਸ਼ ਕਰਨਾ। ਜਦੋਂ ਅਸੀਂ ਪਰਫਾਰਮੈਂਸ ਦਿੰਦੇ ਆ, ਤੁਸੀਂ ਕਿੱਦਾਂ, how do you feel this is best part of me? I feel on the cloud। ਕਿਉਂਕਿ ਤੁਸੀਂ ਮਿਹਨਤ ਕਰਦੇ ਆ, ਰਿਹਰਸਲ ਕਰਦੇ ਆ, ਸਟੂਡੀਓ ਦੇ ਵਿੱਚ ਤੁਸੀਂ ਬਹੁਤ ਮਿਹਨਤ ਕਰਦੇ ਆ ਪਰਫਾਰਮੈਂਸ ਦੇਣ ਲਈ। ਠੀਕ। ਤਾਂ ਜਦੋਂ ਤੁਸੀਂ ਪੇਸ਼ ਕਰਦੇ ਮੋਹਰੇ ਆਡੀਅנס ਦਾ, ਜਦੋਂ ਬੱਚੇ ਖੁਸ਼ ਹੁੰਦੇ ਆ, ਨਾਲ ਤਾਲੀ ਵਜਾਉਂਦੇ ਆ, ਜਾਂ ਕਲੱਪ ਕਰਦੇ ਆ, ਜਾਂ ਭੰਗੜਾ ਪਾਉਂਦੇ ਆ, ਜਾਂ ਐਕਸ਼ਨ ਦੇਖ ਕੇ, ਆਈ ਫੀਡ ਆਫ ਦੀ ਆਡੀਅנס। ਕਿਉਂਕਿ ਮੇਰਾ ਜੋ ਸ਼ੋਅ ਹੁੰਦਾ ਆ ਉਹ ਕਹਿ ਲਓ ਇੰਟਰੈਕਟਿਵ ਹੁੰਦਾ ਆ। ਮੈਂ ਜਿੱਦਾਂ ਆਡੀਅנס ਬੈਠੀ ਆ, ਮੈਂ ਆਡੀਅנס ਦੇ ਸਾਹਮਣੇ ਜਾ ਕੇ ਭੰਗੜਾ ਪਾ ਸਕਦਾ ਜਾਂ ਸਟੇਜ 'ਤੇ ਕਰ ਸਕਦਾ। ਇੰਟਰੈਕਸ਼ਨ ਹੋ ਜਾਂਦੀ ਆ। ਕਿਉਂਕਿ ਮੈਂ ਕਹਿੰਦਾ ਹੁੰਦਾ ਆਪਣੇ ਸਟੇਜ ਸ਼ੋਅ 'ਤੇ, we're going to go on a magical carpet now and we're going to go all the way to India, we're going to go around the world and look, clouds, birds, panchi, so you're impressing. Hanji, we're going over the sea, look, Himalaya mountains, India आ गए, उत्थे बांसुरी बजदी है, this little boy playing
the flute. Then we go through the village, the market. People are buying clothes, spices. It's beautiful. The sight, the smell, the sounds. Look, big field. People are dancing Bhangra. You too can dance Bhangra. We can all learn Bhangra together. Let's go on a journey far, far away. Oh, sakke, murke te aake, we can celebrate together. फिर काम थे They come to you now. No, I feel very happy because exercise is very important. I link in healthy eating, lifestyle, respect, very important. मैं बच्चे ਨੂੰ ਕਹਿੰਦਾ ਹੁੰਦਾ ਬੇ ਤੁਸੀਂ ਇਨਸਟਰੂਮੈਂਟ ਸਿੱਖੋ ਜੋ ਵੀ ਹੈ ਬਾਜਾ ਹੋਏ ਜਾਂ ਕੀਬੋਰਡ ਹੈ ਜਾਂ ਤੁੰਬੀ ਹੋਵੇ ਐਨੀਥਿੰਗ ਯੂ ਕੈਨ ਲਰਨ ਬੇਸਿਕ ਤੋਂ ਤੁਸੀਂ ਸਿੱਖੋ ਐਂਡ ਤੁਸੀਂ ਹੌਲੀ ਹੌਲੀ ਡਿਵੈਲਪ ਕਰੋ ਨਾ ਆਪਣਾ ਅੱਛਾ ਕੈਲੀ ਸਾਹਿਬ ਇੱਕ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਮੈਨੂੰ ਟੋਟਲੀ ਡਿਫਰੈਂਟ ਲੱਗਦਾ ਜਿੰਨਾ ਵਧੀਆ ਤੁਸੀਂ ਆਪਣੇ ਆਪ ਨੂੰ ਪਰਫਾਰਮ ਕਰ ਰਹੇ ਆ ਤੁਹਾਡੀ ਜਿਹੜੀ ਗੱਲਬਾਤ ਹੈਗੀ ਆ ਮੈਂ ਇੱਦਾਂ ਬਹੁਤ ਘੱਟ ਦੇਖਿਆ ਜਾਂ ਮੈਂ ਇਹ ਕਹਿੰਦਾ ਕਿ ਜਦੋਂ ਦਾ ਮੈਂ ਕਾਂਸ਼ੀ ਟੀਵੀ ਨਾਲ ਜੁੜਿਆ ਮੈਂ ਪਹਿਲੀ ਇੱਦਾਂ ਦੀ ਇੰਟਰਵਿਊ ਕਰ ਰਿਹਾ ਜਿਹੜੀ ਤੁਸੀਂ ਮਤਲਬ ਐਕਟਿੰਗ ਵੀ ਕਰਦੇ ਆ ਤੁਸੀਂ ਇੰਪ੍ਰੈਸ਼ਨ ਵੀ ਦੇ ਰਹੇ ਹੋ ਬਹੁਤ ਵਧੀਆ ਲੱਗਦਾ ਮੈਂ ਤੁਹਾਨੂੰ ਓਪਰਚੁਨਿਟੀ ਦੇਣੀ ਚਾਹੁੰਦਾ ਕਿ ਇੱਦਾਂ ਨਾ ਹੋਵੇ ਕਿ ਮੈਂ ਕੋਈ ਗੱਲ ਤੁਹਾਡੇ ਤੋਂ ਨਾ ਪੁੱਛ ਸਕਾਂ ਤੁਸੀਂ ਇੱਕ ਅੱਧੇ ਮਿੰਟ ਵਿੱਚ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਜੋ ਮੈਂ ਤੁਹਾਨੂੰ ਨਹੀਂ ਪੁੱਛਿਆ ਔਰ ਯੂ ਵਾਂਟ ਟੂ ਸੇ ਰਾਈਟ ਓਕੇ ਤੇ ਤੁਸੀਂ ਯੂ ਕੈਨ ਐਕਸਪ੍ਰੈਸ ਯੋਰਸੈਲਫ ਹਾਂਜੀ ਹਾਂਜੀ ਤੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਕਿ ਜੇ ਕੋਈ ਨਹੀਂ ਪੁੱਛਿਆ ਤੁਸੀਂ ਕਹਿ ਸਕਦੇ ਗੱਲ ਵਾਓ ਆਲਰਾਈਟ ਓਕੇ ਮੈਂ ਕਹਿਣਾ ਚਾਹੁੰਦਾ ਵੀ first of all thank you so much for having me here no we ain't finished yet no we haven't finished yet okay it's Punjabi and English because I think a lot of the viewers listening especially younger generation should tune into Kanchi TV because they're doing so much for their community I would encourage parents grandparents and children to help each other in the house sing dance bring that feel good factor back into the family values into the community stick together it's really important check out the music ਜਿਹੜਾ music ਅਸੀਂ album release ਕੀਤੀ ਆ please ਨਾਮ ਵੀ ਦੱਸ ਦਿਓ it's called Let's Nach it's out now on CD and also on iTunes Spotify YouTube Instagram they can check my website out www.sohankaylee.com find out from my website lots of programs ਮੈਂ ਕਰਦਾ ਹੁੰਦਾ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਮਿਊਜ਼ਿਕ ਨੂੰ ਸਪੋਰਟ ਕਰੋ ਇਸ ਚੀਜ਼ ਨੂੰ ਪਸੰਦ ਕਰੋ ਪਲੀਜ਼ ਔਰ ਅੱਗੇ ਵੀ ਤੁਸੀਂ ਇਹਨੂੰ ਸ਼ੇਅਰ ਕਰੋ ਕਿਉਂਕਿ ਜੇ ਤੁਸੀਂ ਸ਼ੇਅਰ ਕਰਦੇ ਆ ਫਿਰ ਮਨ ਨੂੰ ਦਿਲ ਨੂੰ ਵੀ ਖੁਸ਼ be happy with the support because we need the support ਕਿਉਂਕਿ ਛੋਟੀ ਜਿਹੀ ਪ੍ਰੋਜੈਕਟ ਆ ਔਰ ਇਹਨੂੰ ਅੱਗੇ ਵਧਣਾ ਕਮਿਊਨਿਟੀ ਦੀ ਸਪੋਰਟ ਚਾਹੀਦੀ ਹੈ ਬਹੁਤ ਚਾਹੀਦੀ ਹੈ ਮੈਂ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਸਾਡੇ ਉਸਤਾਦ ਦੀਆਂ ਦੇਵਰਾਜ ਜੱਸਲ ਜੋ ਮੈਂ ਪਹਿਲਾਂ ਪੜ੍ਹ ਗਿਆ ਫੈਂਟੈਸਟਿਕ ਹੀ ਇਜ਼ ਨੋ ਮੋਰ ਵਿਦ ਅਸ ਫੈਂਟੈਸਟਿਕ ਉਨੀ ਬਹੁਤ ਸਾਨੂੰ ਸਿਖਾ ਲਿਆ ਔਰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਵੀਡੀਓਜ਼ ਜੋ ਅਸੀਂ ਬਣਾਈਆਂ ਵੀਡੀਓਜ਼ YouTube ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਰਲ ਮਿਲ ਕੇ ਖੁਸ਼ ਹੋ ਕੇ ਤੁਸੀਂ ਦੇਖ ਸਕਦੇ ਆ ਤੁਸੀਂ ਭੰਗੜਾ ਸਿੱਖ ਸਕਦੇ ਆ ਤਾਂ ਉਹਦੇ ਨਾਲ ਹੀ ਤੁਸੀਂ ਉਹਨੂੰ ਆਪਣਾ ਸਟਾਈਲ ਵੀ ਬਣਾ ਸਕਦੇ ਆ ਜੇ ਮੈਂ ਕੋਈ ਇੱਦਾਂ ਦਾ ਮੂਵਮੈਂਟ ਕੀਤਾ ਤੁਸੀਂ ਇੱਦਾਂ ਵੀ ਕਰ ਸਕਦੇ ਆ ਜਾਂ ਕੋਈ ਹੋਰ ਹੋਏ ਤੁਸੀਂ ਜੋ ਬੱਚੇ ਤੁਸੀਂ ਜਾਂਦੇ ਆ ਸ਼ੌਪਾਂ ਨੂੰ ਜਾਂਦੇ ਆ ਹਾਂਜੀ ਓ ਡੈਫੀਨਿਟ ਐਵਰੀਬਾਡੀ ਇੰਜੋਏ ਟੂਗੇਦਰ ਜੋ ਤੁਸੀਂ ਮਾਰਕੀਟ ਜਾਂਦੇ ਆ ਸ਼ੌਪ ਜਾਂਦੇ ਆ ਬੱਚੇ ਨੂੰ ਨਾਲ ਲੈ ਕੇ ਜਾਓ ਆ ਟਿੰਡੇ ਆ ਆਹ ਸਾਗ ਆ ਜਾਂ ਬਰੋਕਲੀ ਆ ਵਟਐਵਰ ਸੋ ਬੱਚੇ ਨੂੰ ਸਿਖਾ ਲਓ ਕਿਉਂਕਿ ਗਾਣੇ ਦੇ ਵਿੱਚ ਮੈਂ ਇੱਕ ਲਾਈਨ ਬਣਾਈ ਆ ਆਲੂ ਗੋਭੀ ਆਲੂ ਗੋਭੀ ਗਾਜਰਾ ਹੋ ਗਾਜਰਾ ਹੋਏ ਗਾਜਰਾ ਹੋ ਗਾਜਰਾ ਇਹਨੂੰ ਪਾ ਕੇ ਨਾ ਲੋਕਾਂ ਨੇ ਬਹੁਤ ਪਸੰਦ ਕੀਤਾ ਤੁਸੀਂ ਬਿਲੀਵ ਨਹੀਂ ਕਰੋਗੇ ਕਈ ਟੀਚਰਾਂ ਨੇ ਕਿਹਾ ਮੈਨੂੰ we want to go for an Indian ball team now because
ਵੀ ਗੈਟਿੰਗ ਹੰਗਰੀ ਤੁਸੀਂ ਸਾਨੂੰ ਬਹੁਤ ਇੰਡੀਆ ਬਾਰੇ ਸਿਖਾਇਆ ਆ ਸਕੂਲਾਂ ਦੇ ਵਿੱਚ ਵਰਕਸ਼ਾਪ ਦੇ ਵਿੱਚ ਕਰਕੇ ਇੰਨੀ ਸਪੋਰਟ ਦਿੱਤੀ ਆ ਸੋ everybody is really excited ਔਰ ਮੈਂ ਵੀ ਬਹੁਤ ਐਕਸਾਈਟਿਡ ਹਾਂ ਕਿਉਂਕਿ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਆ ਜਿਨ੍ਹਾਂ ਨੇ ਸਪੋਰਟ ਦਿੱਤੀ ਆ ਮੇਰੇ ਖਾਸ ਕਰਕੇ ਮੇਰੇ ਆਪਣੇ ਬੱਚੇ my two sons ਮਿਲਨ ਐਂਡ ਸ਼ੈਲਨ ਉਹਨੇ ਵੀ CD ਦੇ ਵਿੱਚ ਗਾਇਆ ਵੀ ਆ ਥੋੜਾ ਬਹੁਤਾ Part play ਕੀਤਾ। they played a part so it's a family project ਠੀਕ ਹੈ ਵੈਰੀ ਵੈਰੀ ਨਾਈਸ ਸੋਨ ਕਹਿੰਦੇ ਜੀ ਇੱਕ ਸਵਾਲ ਹਾਂਜੀ। ਉਹ ਮੇਰੇ ਵੱਲੋਂ ਬਹੁਤ ਮੈਂ ਉਹ ਸਵਾਲ ਨੂੰ ਬਹੁਤ ਇੰਪੋਰਟੈਂਸ ਦਿੰਦਾ ਹਾਂਜੀ ਜਿਹੜੀ ਪੰਜਾਬੀ ਗਾਇਕੀ ਆ ਕਿ ਤੁਸੀਂ ਗਾਉਂਦੇ ਆ ਤੁਸੀਂ ਟੋਟਲ ਪੰਜਾਬੀ এনवायरमेंट ਦੀ ਗੱਲ ਕਰਦੇ ਹੋ ਹਾਂਜੀ। ਪੰਜਾਬੀ ਟੋਟਲ ਪੰਜਾਬੀ ਸਭਿਅਤਾ ਵਿੱਚ ਕਾਮੇਡੀ ਵੀ ਆ ਜਾਂਦੀ ਆ ਚਾਈਲਡਹੁੱਡ ਵੀ ਆ ਜਾਂਦਾ ਭੰਗੜਾ ਵੀ ਆ ਜਾਂਦਾ ਐਵਰੀਥਿੰਗ ਕਵਰਿੰਗ ਐਵਰੀਥਿੰਗ ਜਿਹੜੀ ਪੰਜਾਬੀ ਤੇ ਰਿਚ ਲੈਂਗੁਏਜ ਰਿਚਨੈਸ ਸੀ ਉਹ ਗਾਇਬ ਹੁੰਦੀ ਜਾ ਰਹੀ ਹੈ ਡਿਸਪੀਅਰਿੰਗ ਜਿਹੜੇ ਨਵੇਂ ਆਰਟਿਸਟ ਆ ਉਹਨਾਂ ਨੂੰ ਕਿਹੋ ਜਿਹਾ ਐਟੀਟਿਊਡ ਅਡਾਪਟ ਕਰਨਾ ਚਾਹੀਦਾ ਕਿ ਤਾਂ ਕਿ ਉਹ ਬੰਬਾਂ ਦੀ ਗੱਲ ਨਾ ਕਰਨ ਜਾਂ ਸ਼ਰਾਬ ਦੀ ਗੱਲ ਨਾ ਕਰਨ ਜਾਂ ਉਹ ਕੁੜੀਆਂ ਨੂੰ ਮਾਰਨ ਦੀ ਜਾਂ ਮਰ ਜਾਣ ਦੀ ਗੱਲ ਨਾ ਕਰਨ ਕਿਉਂਕਿ ਪੰਜਾਬੀ ਬਹੁਤ ਸੋਹਣੀ ਲੈਂਗੁਏਜ ਆ ਉਹ 'ਚ ਬਹੁਤ ਵਧੀਆ ਗਾਇਆ ਜਾ ਸਕਦਾ ਬਹੁਤ ਵਧੀਆ ਲਿਖਿਆ ਜਾ ਸਕਦਾ ਕਿਉਂਕਿ ਜਿਹੜੇ ਸਾਡੇ ਐਲਡਰ ਸੀਗੇ ਉਹਨਾਂ ਨੇ ਜਿਹੜੀ ਪੰਜਾਬੀ ਗਾਈ ਆ ਬੇਸ਼ੱਕ ਉਹ ਸਿੰਪਲ ਮਿਊਜ਼ਿਕ ਸੀ ਉਸ ਵੇਲੇ ਲੇਕਿਨ ਜਿਹੜੀ ਲੈਂਗੁਏਜ ਉਹ ਸੇਮ ਹੀ ਆ ਜਿਹੜੀ ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਆ ਉਹ ਕਿ ਉਹਨੂੰ ਕਹੀਏ ਵੀ ਫੈਲਥੀ ਲੈਂਗੁਏਜ ਜ਼ਿਆਦਾ ਯੂਜ਼ ਕਰਦੇ ਆ ਔਰ ਵਾਇਲੈਂਸ ਜਿਹੜੀ ਜ਼ਿਆਦਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆ ਵਾਟ ਸ਼ੁੱਡ ਵੀ ਡੂ ਟੂ ਸਟਾਪ ਦੈਟ ਵਾਟਸ ਯੂਰ what you think I think ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਹਰੇਕ ਦੀ ਆਪਣਾ ਸਟਾਈਲ ਹੁੰਦਾ ਹੈ ਮਾਰਕੀਟ ਇਜ਼ ਵੈਰੀ ਬਿਗ ਠੀਕ ਹੈ ਜਿਨ੍ਹਾਂ ਨੂੰ ਉਹ ਗੀਤ ਪਸੰਦ ਆ that's your choice if you want to go that direction I would simply go down this direction this is the best way to go ਠੀਕ ਹੈ ਤੁਸੀਂ ਗਾਣੇ ਸੁਣੋ ਜਿਹੜੇ ਵਧੀਆ ਲਿਖਦੇ ਆ ਹਾਂਜੀ ਉਹ ਵੀ ਪੈਸੇ ਕਮਾਉਂਦੇ ਆ ਉਹ ਡੈਫੀਨਿਟਲੀ ਹਾਂਜੀ ਜਿੱਦਾਂ ਹੁਣ ਲੇਟ ਜਿਹੜਾ ਅੱਜ ਕੱਲ੍ਹ ਹੈਗਾ ਸਰਤਾਜ ਦੀ ਜਿਹੜੀ ਲੈਂਗੁਏਜ ਆ ਉਹ Fantastic. ਬਹੁਤ ਗ੍ਰੇਟ ਉਹ ਲੈਂਗੁਏਜ ਯੂਜ਼ ਕਰਦੇ ਆ ਗੁਰਦਾਸ ਮਾਨ ਨੇ ਜਿੰਨਾ ਹਾਲਾਂਕਿ ਗੁਰਦਾਸ ਮਾਨ ਨਾਓ ਡੇਜ਼ ਅੰਡਰ ਲੋਟ ਆਫ ਕ੍ਰਿਟਿਸਿਜ਼ਮ ਪਰ ਉਹ ਜਿਹੜੀ ਪੰਜਾਬੀ ਦੀ ਗਾਇਕੀ ਦੀ ਗੱਲ ਆ ਉਹਦੇ ਲਿਖਣ ਦੀ ਗੱਲ ਆ ਉਹਨੂੰ ਬਹੁਤ ਵਧੀਆ ਦੇਬੀ ਮਖਸੂਸ ਵੀ ਅਦਰ ਵਨ ਇਨ ਕੈਨੇਡਾ ਉਹਨਾਂ ਦੀ ਜਿਹੜੀ ਲੈਂਗੁਏਜ ਬਹੁਤ ਵਧੀਆ ਆ ਫਿਰ ਇੱਕ ਦਿੱਲੀ ਸੰਜੀਵ ਆਈ ਕੈਨ ਕਾਊਂਟ ਸੋ ਮੈਨੀ ਪੀਪਲ ਜਿਹੜੇ ਕਿ ਬਹੁਤ ਵਧੀਆ ਲਿਖਦੇ ਆ ਜਿਹੜਾ ਲਿਖਣ ਵਾਲਾ ਜੇ ਉਹ ਸਿਰਫ ਲਿਖਣ ਤੱਕ ਹੀ ਸੀਮਿਤ ਰਹੇ ਤੇ ਉਹਦੇ ਸਿਰ ਤੇ ਭਾਰ ਨਾ ਹੋਵੇ ਵੀ ਉਹਨੇ ਗਾਉਣਾ ਵੀ ਆ ਜਾਂ ਉਹਨੇ ਡਾਂਸ ਵੀ ਕਰਨਾ ਵਨ ਮੈਨ ਕੈਨ ਨਾਟ ਬੀ ਪਰਫੈਕਟ ਇਨ ਐਵਰੀ ਫੀਲਡ ਤੇ ਜੇ ਆਪਾਂ ਆਪਣਾ ਫੀਲਡ ਬਣ ਲੈਣ ਤਾਂ ਨਾਲੇ ਤਾਂ ਰੋਟੀ ਸਾਰਿਆਂ ਨੂੰ ਵਧੀਆ ਮਿਲੂ ਜਿਹੜੇ ਲਿਖਣ ਵਾਲਾ ਉਹ ਵੀ 4 ਪੈਸੇ ਕਮਾਊ ਤੇ ਇਹ ਨਹੀਂ ਹੋ ਰਿਹਾ ਮੈਂ ਐਕਚੁਅਲੀ ਆਮ ਤੌਰ 'ਤੇ ਕਹਿੰਦਾ ਹੁੰਦਾ ਕਿ ਵੀ ਸ਼ੁੱਡ ਜੇ ਅਸੀਂ ਸਮਾਰਟ ਹੋਣਾ ਪਸੰਦ ਕਰਦੇ ਹਾਂ ਚਾਹੁੰਦੇ ਸਾਡੇ ਟਾਈ ਲੱਗੇ ਸੂਟ ਪਾ ਕੇ ਫਿਰੀਏ ਅਸੀਂ ਤੇ ਸਾਨੂੰ ਇਹ ਵੀ ਚਾਹੀਦਾ ਕਿ ਸਾਡੀ ਜਿਹੜੀ ਜ਼ੁਬਾਨ ਹੈਗੀ ਆ ਉਹਦੇ ਵੀ ਟਾਈ ਜਾਂ ਬੋ ਟਾਈ ਲੱਗੀ ਹੋਣੀ ਚਾਹੀਦੀ ਆ ਤਾਂ ਕਿ ਤੁਸੀਂ ਰਿਸਪੈਕਟ ਕਰੋ ਲੋਕ ਵੀ ਰਿਸਪੈਕਟ ਕਰਦੇ ਪੰਜਾਬੀ ਸਿੰਗਰ ਜਾ ਰਿਹਾ ਹਾਂਜੀ ਪੰਜਾਬੀ ਬਹੁਤ ਮਿੱਠੀ ਮਾਂ ਬੋਲੀ ਆ ਹਾਂਜੀ ਤੁਸੀਂ ਸਿੱਖੋ ਔਰ ਜਿੱਦਾਂ ਤੁਸੀਂ ਕਿਹਾ ਤੁਸੀਂ ਫੈਂਟੈਸਟਿਕ ਸਰਤਾਜ ਵਾਓ ਕੀ ਬਾਤ ਹੈ ਫਾਰਸੀ ਵੀ ਵਿੱਚ ਗਾਉਂਦੇ ਆ ਗੁਰਦਾਸ ਮਾਨ ਜੀ ਕੀ ਬਾਤ ਹੈ ਜਦੋਂ ਅਸੀਂ ਛੋਟੇ ਸੀਗੇ ਪੀੜ ਤੇਰੀ ਜਾਨ ਦੀ ਇਹ ਗਾਣੇ ਅਸੀਂ ਸੁਣਦੇ ਹੁੰਦੇ ਸੀਗੇ ਹੁਣ ਸਰਤਾਜ ਜੀ ਆ ਗਏ ਜਿਹੜੇ ਨਵੇਂ ਆਰਟਿਸਟ ਆ ਚਲੋ ਠੀਕ ਹੈ ਉਹਨਾਂ ਦਾ ਇਨਫਲੂਐਂਸ ਹੈਗਾ ਆ ਰੈਪ ਜਾਂ ਹੋਰ ਕੁਛ ਹੈ ਉਹਨਾਂ ਦਾ ਹੈਗੇ ਮਾਰਕੀਟ ਰੈਪ ਦੀ ਪ੍ਰੋਬਲਮ ਨਹੀਂ ਹੈ ਹਾਂਜੀ ਸੰਗੀਤ ਉਹ ਚੇਂਜ ਹੁੰਦਾ ਰਹਿੰਦਾ ਉਹ ਰੈਪ ਕਰਨ ਲੇਕਿਨ ਜਿਹੜੀ ਲੈਂਗੁਏਜ ਆਪਾਂ ਯੂਜ਼ ਕਰਦੇ ਆ ਉਹ ਤੋਂ ਥੋੜ੍ਹਾ ਜਿਹਾ ਮੈਂ ਸਮਝਦਾ ਕਿ ਗੁਰੇਜ਼ ਕਰਨਾ ਚਾਹੀਦਾ ਵਧੀਆ ਲੈਂਗੁਏਜ ਹਾਂਜੀ ਡੈਫੀਨਿਟਲੀ ਦੇयर इज plenty of space to use positive language we have to go back and listen to positive language and really go back to organic way ਹੈ ਨਾ ਓਕੇ ਸੋਨ ਕਹਿੰਦੀ ਜੀ ਹੁਣ ਆਪਾਂ ਤਕਰੀਬਨ ਐਂਡ ਵਿੱਚ ਪਹੁੰਚਿਆ ਮੈਂ ਚਾਹੁੰਦਾ ਕਿ ਲਾਸਟ ਮਿੰਟ ਦੇ ਵਿੱਚ ਜਾਂ ਹਾਫ ਮਿੰਟ ਵਿੱਚ ਤੁਸੀਂ ਕੋਈ ਆਪਣੇ ਜਿਹੜੇ ਤੁਹਾਡੇ ਵਿਊਜ਼ ਹੈਗੇ ਆ ਉਹਨਾਂ ਨੂੰ ਮੈਸੇਜ ਦਿਓ ਇਹ ਵੀ ਦੱਸੋ ਕਿ ਹਾਊ ਡੂ ਯੂ ਫੀਲ ਕਮਿੰਗ ਟੂ Kanchi TV It's fantastic. Thank you very much, everybody. I'm elated, Kanchi TV, for having me here today. बहुत प्यार मिला. Thank you. Thank you. मैं कह नहीं सकता मैं हम full of love, full of happiness to be here, to give me this platform, because to get a platform these days is difficult. So Kanchi TV,
बहुत बहुत थैंक यू वेरी मच टू द लोकल कम्युनिटी। मैं कहना चाहता भी प्लीज़ कीप सपोर्टिंग कंची TV। To the young generation, watch Kanchi TV. There's so many different programs that you're presenting. I've watched on YouTube, and you're doing such a fantastic job for the community, educating everybody. I thank you very much, ਸੋਹਣ ਕੈਲਾ ਜੀ। Thank you. ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਾਂਸ਼ੀ TV ਤੇ ਆਏ ਔਰ ਆਪਣਾ ਵਕਤ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਥੈਂਕ ਯੂ। ਆਈ ਹੋਪ ਯੂ ਵਿਲ ਇੰਜੋਏ ਯੋਰ ਇੰਟਰਵਿਊ। ਹਾਂਜੀ, ਇਹ ਸਨ ਸੋਹਣ ਕੈਲੀ ਜੀ, ਜਿਨ੍ਹਾਂ ਦਾ ਵੇਰੀਅਸ ਫੀਲਡ ਵਿੱਚ ਪੰਜਾਬੀ ਫੂਡ ਜਿਹੜਾ ਫੀਲਡ ਮਿਊਜ਼ਿਕਲ ਹੈ ਉਹਦੇ ਵਿੱਚ ਇਹ ਆਪਣਾ ਪਾਰਟ ਪਲੇ ਕਰ ਰਿਹਾ। ਔਰ ਤੁਸੀਂ ਇਹਨਾਂ ਦਾ ਅੰਦਾਜ਼ ਦੇਖਿਆ ਪਰਫੋਰਮ ਕਰਨ ਦਾ, ਹਾਊ ਦੇ ਪਰਫੋਰਮ ਐਂਡ ਵਾਟ ਕਾਈਂਡ ਆਫ ਪਰਫੋਰਮੈਂਸ ਦੇ ਡੂ। ਮੈਂ ਰੀਅਲੀ ਅਪਰੀਸ਼ੀਏਟ ਕਰਦਾ ਇਹਨਾਂ ਦੇ ਆਉਣ ਦਾ ਵੀ ਔਰ ਇਹਨਾਂ ਦੇ ਵੇ ਆਫ ਪਰਫੋਰਮ ਕਰਨ ਦਾ ਵੀ। ਅਤੇ ਤੁਸੀਂ, ਮੈਨੂੰ ਉਮੀਦ ਆ ਕਿ ਤੁਸੀਂ ਇਹ ਵੱਖਰੇ ਤਰ੍ਹਾਂ ਦੀ ਇੱਕ ਇੰਟਰਵਿਊ ਸੀਗੀ। ਮੈਂ ਉਮੀਦ ਕਰਦਾ ਕਿ ਤੁਸੀਂ ਪਸੰਦ ਕਰੋਗੇ ਔਰ ਸਪੈਸ਼ਲੀ ਇਹਨਾਂ ਨੂੰ ਜਿਹੜੇ ਨਵੇਂ ਆਰਟਿਸਟ ਇਹਨਾਂ ਨੂੰ ਪ੍ਰਮੋਟ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ। ਇਹਨਾਂ ਨੂੰ ਬੁਲਾਓ, ਇਹਨਾਂ ਨੂੰ ਸੁਣੋ, ਉਹਦੇ ਨਾਲ ਬਹੁਤ ਹੌਸਲਾ ਮਿਲਦਾ। ਅੱਜ ਲਈ ਇੰਨਾ ਹੀ। ਮੈਂ ਤੁਹਾਨੂੰ ਅਗਲੇ ਹਫ਼ਤੇ ਅਤੇ ਮੇਰੇ ਗੱਲਬਾਤ ਕਰਦਿਆਂ ਅਗਰ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਕਰਨਾ। ਬਾਕੀ ਮਿਲਾਂਗੇ ਅਗਲੇ ਹਫ਼ਤੇ। ਜੈ ਭੀਮ, ਨਮਸਤੇ, ਟੇਕ ਕੇਅਰ, ਆਈ ਸੀ ਯੂ ਨੈਕਸਟ ਵੀਕ, ਬਾਏ ਬਾਏ।